ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸਕ, ਵਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਵੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਤੁਮ ਰੀਤ ਕਹਿਤ ਯਹ ਸਾਚੀ। ਹਰ ਚਰਨਨ ਮਹਿ ਮਤ ਰੁਚ ਰਾਚੀ। ਤਦਪ ਤੁਮਰੋ ਸਭ ਪਰਵਾਰੂ। ਭੇ ਦਿਲਗੀਰ ਜੋ ਹੈ ਹਿਤਕਾਰੂ। ਜੋ ਤੁਮ ਰੀਤ ਕਹਿਤ ਯਹ ਸਾਚੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਭਗਤ ਵਛਲ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ। ਬਾਣੀ ਕੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਧਿਆ ਦੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ
ਜੋ ਪ੍ਰਾਰੰਭ ਕੀਤੀ ਹੈ, ਹੁਣ ਉਸ ਨੂੰ ਸਰਵਣ ਕਰਨ ਦਾ ਸਮਾਂ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣਾ ਸੁਭਾਅ ਜਿਹੜਾ ਫੇਰ ਲਿਆ ਹੈ ਕਿ ਗੁਰੂ ਜੀ ਦੀ ਮਹਿਮਾ ਸਾਰੇ ਜਾਣਨ ਲੱਗ ਪਏ ਲੋਕ ਵੀ ਇਹ ਤਾਂ ਕੋਈ ਸ਼ਕਤੀ ਵਾਲਾ ਮਹਾਨ ਪੁਰਸ਼, ਕੋਈ ਔਲੀਆ ਅਵਤਾਰ ਆ ਗਿਆ ਹੈ। ਗੁਰੂ ਜੀ ਨੇ ਆਪਣਾ ਸੁਭਾਅ ਬਦਲ ਲਿਆ। ਜਿਵੇਂ ਆਮ ਮਨੁੱਖ ਹੁੰਦੇ ਹੈ, ਆਮ ਬੱਚੇ ਹੁੰਦੇ ਹੈ, ਉਸੇ ਤਰ੍ਹਾਂ ਦਾ ਹੀ ਅਸ਼ਪਾਜਾ ਕਰਨ ਲੱਗੇ ਹੈ। ਉਸੇ ਤਰ੍ਹਾਂ ਲੀਲਾ ਜੀ ਕਰਨ ਲੱਗੇ, ਅਣਜਾਣ ਜੇ ਬਣ ਗਏ। ਇਵੇਂ ਰਾਏ ਭੋਜ ਦੀ ਤਲਵੰਡੀ ਤੋਂ ਪਿੰਡ ਤੋਂ ਬਾਹਰ ਜਾ ਕੇ ਕਿਸੇ ਰੁੱਖ ਦੇ ਹੇਠਾਂ ਚਾਦਰ ਜੀ ਤਾਣ ਕੇ ਇਵੇਂ ਧਰਤੀ 'ਤੇ ਲੇਟੇ ਰਹਿੰਦੇ ਹੈ। 2 ਦਿਨ ਗੁਰੂ ਜੀ ਇੱਕ ਥਾਂ 'ਤੇ ਪਏ ਰਹਿੰਦੇ ਹੈ। ਐਸਾ ਮਨ 'ਚ ਉਪਰਾਮਤਾ ਜੀ ਧਾਰਨ ਕੀਤੀ, ਜੇ ਕੋਈ ਮਨੁੱਖ ਬੱਚਾ ਬੁਲਾਉਂਦਾ ਹੈ ਤੇ ਮਹਾਰਾਜ ਬੋਲਦੇ ਨਹੀਂ ਹੈ। ਘਰ ਵਿੱਚ ਆਉਂਦੇ ਹੈ, ਕਦੀ ਇੱਥੇ ਆ ਕੇ ਲੰਮੇ ਪੈ ਰਹਿੰਦੇ ਹੈ। ਮਾਤਾ ਜੀ ਠਾਉਂਦੇ ਕਿ ਪੁੱਤਰ ਜੀ ਗੱਲ ਕੀ ਹੈ, ਤੁਸੀਂ ਗੱਲ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉੱਠਦੇ ਤੁਸੀਂ? ਤਾਂ ਵੀ ਗੁਰੂ ਨਾਨਕ ਸਾਹਿਬ ਜੀ ਚੁੱਪ ਹੀ ਕਰ ਰਹਿੰਦੇ ਹੈ। ਬਾਬਾ ਕਲਿਆਣ ਚੰਦ ਜੀ ਨੂੰ, ਪਿਤਾ ਜੀ ਨੂੰ ਬੜੀ ਪਰੇਸ਼ਾਨੀ, ਚਿੰਤਾ ਹੋਈ ਹੈ ਕਿ ਇੱਕੋ ਇੱਕ ਸਾਡਾ ਪੁੱਤਰ ਹੈ, ਉਹ ਵੀ ਇਵੇਂ ਹੀ ਚੁੱਪ ਕਰ ਰਹਿੰਦਾ ਹੈ, ਪਤਾ ਨਹੀਂ ਕੀ ਹੋ ਗਿਆ ਹੈ। ਲੋਕ ਕਹਿੰਦੇ ਹੈ ਕਿ ਗੁਰੂ ਨਾਨਕ ਸਾਹਿਬ ਇਵੇਂ ਚੁੱਪ ਕਰ ਰਹਿੰਦੇ ਹੈ, ਬੁਲਾਇਆ ਬੋਲਦੇ ਨਹੀਂ ਹੈ, ਅੱਖਾਂ ਖੋਲ੍ਹਦੇ ਨਹੀਂ ਹੈ। ਇਵੇਂ ਲੱਗਦਾ ਹੈ ਕਿ ਕੋਈ ਭੂਤ ਪ੍ਰੇਤ ਦੀ ਛਾਇਆ ਹੋ ਗਈ ਇਹਨਾਂ ਨੂੰ। ਕਿੱਥੇ ਇਹਨਾਂ ਦੀ ਇੰਨੀ ਮੱਤ, ਕਿੱਥੇ ਹੁਣ ਇਹ ਬੇਸੁੱਧ ਮਸਤਾਨੇ ਜੇ ਹੋਏ ਹੈ। ਜਿਹੜੇ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਭੇਦ ਨਹੀਂ ਜਾਣਦੇ, ਉਹ ਇਹੋ ਜਿਹੀਆਂ ਗੱਲਾਂ ਕਹਿੰਦੇ ਹੈ। ਬਾਬਾ ਕਲਿਆਣ ਚੰਦ ਜੀ ਅਖੀਰੀ ਬੜੇ ਉਪਰਾਲੇ ਹੀਲੇ ਕਰਨ ਤੋਂ ਬਾਅਦ ਮੁੱਲਾ ਕੁਤਬਦੀਨ ਕੋ ਗਿਆ ਹੈ। ਕਹਿੰਦਾ ਵੀ ਆ ਮੈਂ ਤੇ ਤੁਹਾਡੇ ਕੋ ਬੱਚੇ ਨੂੰ ਭੇਜਿਆ ਸੀ ਪੜ੍ਹਨ ਵਾਸਤੇ, ਪਤਾ ਨਹੀਂ ਕੀ ਹੋ ਗਿਆ ਗੁਰੂ ਨਾਨਕ ਸਾਹਿਬ ਨੂੰ। ਉਹ ਤੇ ਕੋਈ ਗੱਲ ਹੀ ਨਹੀਂ ਕਰਦੇ, ਬੁਲਾਇਆ ਬੋਲਦੇ ਨਹੀਂ ਹੈ, ਠਾਇਆ ਉੱਠਦੇ ਨਹੀਂ ਹੈ। ਇਹ ਮੁੱਲਾ ਤੂੰ ਕੀ ਪੜ੍ਹਾਈ ਪੜ੍ਹਾ ਦਿੱਤੀ ਹੈ? ਸਾਡੇ ਨਾਲ ਚੱਲ ਤੇ ਉਹਨਾਂ ਦੀ ਹਾਲਤ ਵੇਖ ਕੇ ਤੇ ਕੋਈ ਛਾਇਆ ਛੋਇਆ ਤਾਂ ਨਹੀਂ ਹੋ ਗਈ ਉਹਨਾਂ ਨੂੰ। ਸੁਣ ਕੇ ਮੁੱਲਾ ਆਇਆ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ। ਹੈਰਾਨ ਹੋ ਕੇ ਵੇਖਦਾ ਵੀ ਇਹ ਤਾਂ ਬੜੇ ਮੱਤ ਵਾਲੇ, ਇਹਨਾਂ ਨੂੰ ਕੀ ਹੋ ਗਿਆ ਹੈ। ਬੜਾ ਬੁਲਾਉਂਦਾ ਹੈ, ਕਹਿੰਦਾ ਮਹਾਰਾਜ ਉੱਠੋ, ਤੁਸੀਂ ਤਾਂ ਇੰਨੀ ਗੰਭੀਰ ਮੱਤ ਵਾਲੇ ਹੋ, ਤੁਸੀਂ ਕਿਉਂ ਇਵੇਂ ਲੇਟੇ ਹੋਏ ਹੋ? ਆਪਣੇ ਪਿਤਾ ਬੰਨੀ ਦੇਖੋ, ਮਾਤਾ ਜੀ ਨੂੰ ਦੇਖੋ, ਪਰਿਵਾਰ ਵੇਖੋ ਕਿੰਨਾ ਪਰੇਸ਼ਾਨ ਹੈ, ਤੁਸੀਂ ਕਿਉਂ ਨਹੀਂ ਕੋਈ ਗੱਲਬਾਤ ਕਰਦੇ ਹੈ? ਗੁਰੂ ਨਾਨਕ ਸਾਹਿਬ ਜੀ ਤਾਂ ਵੀ ਨਹੀਂ ਕੁਝ ਬਚਨ ਬੋਲੇ। ਅਖੀਰੀ ਇਹ ਕਹਿੰਦਾ ਹੈ, ਤੁਹਾਨੂੰ ਖੁਦਾ ਦਾ ਵਾਸਤਾ ਹੈ, ਜੇ ਤੁਸੀਂ ਉੱਠੋ ਨਾ ਇੱਕ ਵਾਰ। ਜਦੋਂ ਖੁਦਾ ਦਾ ਨਾਮ ਦਾ ਵਾਸਤਾ ਦਿੱਤਾ, ਗੁਰੂ ਨਾਨਕ ਸਾਹਿਬ ਜੀ ਉਸੇ ਵੇਲੇ ਆਪਣੇ ਚਸ਼ਮ ਕੁਸ਼ਾਦ ਨੇਤਰ ਖੋਲ੍ਹੇ ਹੈ, ਸਾਹਮਣੇ ਉੱਠ ਕੇ ਬੈਠ ਗਏ ਹੈ। ਮੁੱਲਾ ਕਹਿੰਦਾ ਮਹਾਰਾਜ ਤੁਸੀਂ ਗੱਲ ਕਿਉਂ ਨਹੀਂ ਕਰਦੇ, ਕੀ ਹੋ ਗਿਆ, ਕਿਉਂ ਇੰਨੀ ਹੈਰਾਨੀ ਜੀ ਮਨ 'ਚ ਮੰਨੀ ਹੈ? ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਵਿਰਾਗਮਈ ਤਿਲੰਗ ਰਾਗ ਦੇ ਵਿੱਚ ਕਿ ਮੁੱਲਾ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਉਂ ਐਵੇਂ ਪਏ ਹੋਏ ਹਾਂ, ਉੱਠਦੇ ਕਿਉਂ ਨਹੀਂ ਹਾਂ? ਅਸੀਂ ਤੈਨੂੰ ਦੱਸਦੇ ਹਾਂ ਕਿ ਇਹ ਜਿਹੜੇ ਜੀਵ ਹੈ, ਇਹਨੂੰ ਪਤਾ ਨਹੀਂ ਹੈ ਕਿ ਉਸ ਪਰਮੇਸ਼ਰ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਆਪਣੀ ਮੌਤ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇਹ ਉਸ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਤੇ ਹੋਰ ਗੱਲਾਂ 'ਚ ਰਾਤ ਦਿਨ ਬਤੀਤ ਕਰ ਰਿਹਾ ਹੈ। ਗੁਰੂ ਪੀਰ ਦੇ ਬਚਨਾਂ 'ਤੇ ਔਖਾ ਹੋ ਰਿਹਾ। ਤੈਨੂੰ ਇਹ ਨਹੀਂ ਪਤਾ ਕਿ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮਸਰ ਮੋਏ ਅਜ਼ਰਾਈਲ, ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਕਿ ਦੁਨੀਆ ਜਿਹਨੂੰ ਇਹ ਮੰਨੀ ਫਿਰਦਾ ਵੀ ਇਹ ਸਦਾ ਰਹਿਣੀ, ਇਹ ਤੇ ਰਹਿਣੀ ਕੋਈ ਨਹੀਂ, ਅਫਨਾ ਰੂਪ ਹੈ।
ਤੇ ਨਿਸ਼ਚੈ ਕਰਕੇ ਇਹ ਮੁੱਲਾ ਤੂੰ ਜਾਣ, ਇਹ ਜੀਵ ਨੂੰ ਜਾਣਨਾ ਚਾਹੀਦਾ ਹੈ ਕਿ ਮੇਰੇ ਸਿਰ ਦੇ ਵਾਲ ਉਸ ਅਜਰਾਹੀਲ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ, ਪਤਾ ਨਹੀਂ ਉਹ ਕਿਸ ਦਿਨ ਮੈਨੂੰ ਖਤਮ ਕਰ ਦੇਵੇ, ਪਰ ਇਹਨੂੰ ਕੋਈ ਖਬਰਸਾਰ ਨਹੀਂ ਹੈ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮੁੱਲਾ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਧੰਨ ਹੈ ਤੁਹਾਡੇ ਜਿਹੜੇ ਬਚਨ ਮਹਾਨ ਹੈ, ਤੁਹਾਡੀ ਪ੍ਰੀਤੀ ਹੈ, ਠੀਕ ਹੈ, ਤੁਹਾਡੇ ਬਚਨ ਸਹੀ ਹੈ, ਪਰ ਤੁਹਾਡੀ ਹਜੇ ਉਮਰ ਨਹੀਂ ਹੈ ਕੁਝ ਕਰਨ ਦੀ, ਬੱਚਿਆਂ ਵਾਲੀ ਉਮਰ ਹੈ, ਬੱਚਿਆਂ ਵਾਂਗ ਖੇਡੋ ਮੱਲੋ, ਕੱਲ੍ਹ ਨੂੰ ਤੁਸਾਂ ਨੇ ਵੱਡੇ ਵੀ ਹੋਣਾ, ਵਿਆਹ ਕਰਵਾਓ, ਸ਼ਾਦੀ ਕਰਾਓ, ਪੈਸਾ ਕਮਾਓ, ਜ਼ਿੰਦਗੀ ਦੇ ਸੁੱਖ ਭੋਗੋ, ਇਹੋ ਜਿਹੀ ਲੋੜ ਕੀ ਸੋਚਣ ਦੀ। ਇਹੋ ਜਿਹੀ ਸੋਚ ਸੋਚਣੀ ਤੇ ਸਾਨੂੰ ਬਣਦੀ ਹੈ ਜਿਹੜੇ ਬੁੱਢੇ ਹੋ ਰਹੇ ਹਾਂ ਵੀ ਸਾਡੀ ਉਮਰ ਲੰਘ ਰਹੀ ਹੈ, ਅੱਗੇ ਲੇਖਾ ਦੇਣਾ ਹੈ, ਤੁਹਾਨੂੰ ਹਜੇ ਕੀ ਜ਼ਰੂਰਤ ਪੈ ਗਈ ਹੈ। 100 ਸਾਲ ਦੀ ਉਮਰ ਹੈ ਮਨੁੱਖ ਦੀ, ਰਹਿੰਦੀ ਉਮਰ 'ਚ ਜਪਿਆ ਜਾਵੇਗਾ, ਏਡੀ ਕਿਹੜੀ ਛੇਤੀ ਹੈ। ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਮੁੱਲਾ ਤੂੰ 100 ਸਾਲ ਦੀ ਉਮਰ ਦਾ ਵੀ ਸੁਣ, 50 ਸਾਲ ਤੇ ਬੰਦੇ ਦੀ ਸੁੱਤਿਆਂ ਲੰਘ ਜਾਂਦੀ ਹੈ, 15 ਸਾਲ ਪਹਿਲੇ ਅਣਜਾਣ ਪੁਣੇ 'ਚ ਲੰਘਾ ਦਿੰਦਾ ਏ, ਲੋਕ ਇਹਨੂੰ ਬੱਚਾ ਬੱਚਾ ਕਹਿੰਦੇ ਤੇ ਇਹ ਵੀ ਮਨ ਮਰਜ਼ੀਆਂ ਕਰਦਾ ਹੈ। 65 ਸਾਲ ਦੇ ਐਵੇਂ ਲੰਘ ਗਏ, 80 ਤੋਂ ਜਿਹੜੀ 120 ਸਾਲ ਉਮਰ ਹੋਰ ਹੈ, ਉਹਦੇ ਵਿੱਚ ਇਹਨੂੰ ਦਿਖਦਾ ਕੁਝ ਨਹੀਂ, ਸੁਣਦਾ ਕੁਝ ਨਹੀਂ, ਜ਼ਬਾਨ ਚੱਲਦੀ ਨਹੀਂ, ਦੰਦ ਇਹਦੇ ਟੁੱਟ ਜਾਂਦੇ ਹੈ, ਧੌਲਾ ਇਹਦਾ ਆ ਜਾਂਦੇ, ਇਹਨੂੰ ਲੱਤਾਂ ਕੰਬਦੀਆਂ, ਹੱਥ ਕੰਬਦੇ ਆ, ਫਿਰ ਕੀ ਨਾਮ ਜਪੋਗੇ। 85 ਹੋ ਗਈ, 15 ਸਾਲ ਐਵੇਂ ਵਿਆਹ ਸ਼ਾਦੀਆਂ, ਮਕਾਨ, ਕਮਾਈ, ਖਾਣ ਪੀਣ, ਇਵੇਂ ਮੂਤਰ ਕਿਰਿਆ ਮਲ ਤਿਆਗਣ ਦੇ ਵਿੱਚ ਹੀ ਲਾ ਦਿੰਦਾ ਹੈ, ਤੇ 100 ਸਾਲ ਤੇ ਇਵੇਂ ਲੰਘ ਗਿਆ, ਫਿਰ ਨਾਮ ਕਿੱਥੇ ਹੈ। ਸੁਣ ਕੇ ਮੁੱਲਾ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਤੁਸੀਂ ਧੰਨ ਹੋ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰੇਮ ਪਰਮੇਸ਼ਰ ਖੁਦਾ ਦਾ ਪੈਦਾ ਹੋਇਆ ਹੈ। ਅੱਗੇ ਜਿਵੇਂ ਇਹ ਮੁੱਲਾ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਿਹਾ ਹੈ, ਬੇਨਤੀ ਕਰ ਰਿਹਾ ਹੈ, ਸੱਚੇ ਪਾਤਸ਼ਾਹ ਜੀ ਅੱਗੇ ਹੋਰ ਉਪਦੇਸ਼ ਇਹਨੂੰ ਕਰਦੇ ਹੈ। ਮੁੱਲਾ ਕੁਤਬਦੀਨ ਦੇ ਰਾਹੀਂ ਉਪਦੇਸ਼ ਸਾਨੂੰ ਵੀ ਹੈ, ਉਹ ਗੱਲ ਵੱਖਰੀ ਹੈ ਕਿ ਅਸੀਂ ਨਹੀਂ ਸੁਣਦੇ, ਅਸੀਂ ਮਤਲਬ ਆਪਣਾ ਨਹੀਂ ਸਮਝਦੇ, ਜਿੰਨਾ ਚਿਰ ਸਿਰ 'ਤੇ ਨਹੀਂ ਬੰਦੇ ਦੇ ਪੈਂਦੀ ਉਨਾ ਚਿਰ ਬੰਦਾ ਨਹੀਂ ਸੁਣਦਾ ਹੈ। ਸਿਰ 'ਤੇ ਪਈ ਸੁਣਦਾ ਹੈ, ਫਿਰ ਤਬ ਪਛਤਾਇਆ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ, ਜਿੱਦਣ ਅੰਤ ਆ ਜਾਣਾ ਹੈ ਫਿਰ ਪਛਤਾਇਆ ਕੁਝ ਨਹੀਂ ਹੋਣਾ। ਫਿਰ ਤੇ ਚਲੋ ਸਿਤਾਬ ਦੀਵਾਨ ਬੁਲਾਇਆ, ਕਿਆ ਤੈ ਖੱਟਿਆ ਕਹਾਂ ਗਵਾਇਆ, ਕੀ ਤੂੰ ਖੱਟਿਆ ਕੀ ਗਵਾਇਆ, ਇੱਥੇ ਹਿਸਾਬ ਕਿਤਾਬ ਦੇ, ਫਿਰ ਪਤਾ ਲੱਗਣਾ ਹੈ। ਅੱਗੇ ਜਿਵੇਂ ਸਤਿਗੁਰੂ ਜੀ ਦੀ ਕਥਾ ਆ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਤੁਮ ਰੀਤ ਕਹਿਤ ਯਹ ਸਾਚੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਮੁੱਲਾ ਕੁਤਬਦੀਨ ਕਹਿੰਦਾ ਹੈ ਕਿ ਮਹਾਰਾਜ ਜਿਵੇਂ ਤੁਸੀਂ ਰੀਤੀ ਮਰਿਆਦਾ ਨਾਲ ਕਹਿ ਰਹੇ ਹੋ ਇਹ ਗੱਲ, ਇਹ ਤੇ ਬਿਲਕੁਲ 16 ਆਨੇ 100% ਸੱਚੀ ਹੈ, ਯਥਾਰਥ ਹੈ। ਹਰ ਚਰਨਨ ਮਹਿ ਮਤ ਰੁਚ ਰਾਚੀ। ਤੁਸੀਂ ਧੰਨ ਹੋ ਜਿਨ੍ਹਾਂ ਦੀ ਹਰੀ ਖੁਦਾ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਿਹੜੀ ਰੁਚੀ ਹੈ, ਪ੍ਰੇਮ ਲੱਗਾ ਹੋਇਆ, ਰੁਚੀ ਮਿਲੀ ਹੋਈ ਹੈ, ਰਚੇ ਹੋਏ ਹੋ। ਤਦਪ ਤੁਮਰੋ ਸਭ ਪਰਿਵਾਰੂ। ਤਾਂ ਵੀ ਮਹਾਰਾਜ ਮੈਂ ਕਹਿੰਦਾ ਹਾਂ ਤੁਹਾਡਾ ਵੇਖੋ ਸਾਰਾ ਪਰਿਵਾਰ ਕਿੰਨਾ ਪਰੇਸ਼ਾਨ ਹੈ, ਤੁਹਾਨੂੰ ਵੇਖ ਕੇ ਥੋੜ੍ਹਾ ਬਹੁਤਾ ਇਹਨਾਂ ਵੱਲ ਵੀ ਧਿਆਨ ਦਿਓ। ਭੇ ਦਿਲਗੀਰ ਜੋ ਹੈ ਹਿਤਕਾਰੂ। ਜਿਹੜੇ ਤੁਹਾਨੂੰ ਪ੍ਰੇਮ ਕਰਨ ਵਾਲੇ ਹੈ ਉਹ ਸਾਰੇ ਵੇਖੋ ਕਿਵੇਂ ਦਿਲਗੀਰ ਉਪਰਾਮ ਹੋ ਰਹੇ ਹੈ,
ਚਿਹਰੇ ਸਭ ਦੇ ਉਤਰੇ ਹੋਏ ਐ। ਤੁਹਾਨੂੰ ਇਸ ਤਰ੍ਹਾਂ ਵੇਖ ਕੇ ਇਨਕੋ ਹੇਤ ਕਰਹੁ ਜਿਉ ਹਰਖੈ। ਇਵੇਂ ਤੁਸੀਂ ਆਪਣੇ ਨਾਲ ਵੀ ਚੱਲੀ ਜਾਓ, ਜਿਵੇਂ ਇਸ ਤਰ੍ਹਾਂ ਇਹ ਖੁਸ਼ ਹੁੰਦੇ ਐ ਤੇ ਉਵੇਂ ਵੀ ਤੁਸੀਂ ਕਰੋ। ਤੁਮਰੋ ਮੋਹ ਆਨ ਇਨ ਕਰਖੈ। ਕਿਉਂਕਿ ਜਿਹੜਾ ਤੁਹਾਡਾ ਮੋਹ ਹੈ, ਤੁਹਾਡਾ ਪ੍ਰੇਮ ਪਿਆਰ ਹੈ ਇਹਨਾਂ ਦੇ ਮਨਾਂ ਵਿੱਚ, ਉਹ ਬੜਾ ਇਹਨਾਂ ਨੂੰ ਖਿੱਚਦਾ ਹੈ, ਜਿਸ ਕਰਕੇ ਤੁਹਾਨੂੰ ਇਵੇਂ ਚੁੱਪ ਕੀਤਿਆਂ ਵੇਖ ਕੇ, ਲੰਮੇ ਪਿਆਂ ਵੇਖ ਕੇ ਬੜੇ ਦੁਖੀ ਹੁੰਦੇ ਐ। ਪਿਤਾ ਪਿਤਾ ਨੁਜ ਔਰ ਜੇ ਗਿਆਤੀ। ਵੇਖੋ ਮਹਾਰਾਜ, ਆ ਤੁਹਾਡੇ ਪਿਤਾ ਬਾਬਾ ਕਲਿਆਣ ਚੰਦ ਤੁਹਾਡੇ ਨੇੜੇ ਖੜੇ ਆ, ਤੁਹਾਡੇ ਸਿਰਹਾਣੇ। ਤੁਹਾਡੇ ਫਿਰ ਪਿਤਾ ਦੇ ਭਰਾ, ਤੁਹਾਡੇ ਚਾਚਾ ਜੀ ਖੜੇ ਹੈ। ਹੋਰ ਜਿਹੜੇ ਗਿਆਤੀ ਹੈ, ਤੁਹਾਨੂੰ ਜਾਣਨ ਵਾਲੇ ਸੰਬੰਧੀ, ਰਿਸ਼ਤੇਦਾਰ, ਆਂਢ ਗੁਆਂਢ ਸਾਰੇ। ਨਹ ਤਿਨ ਕੋ ਅਸਰੀਤ ਸੁਹਾਤੀ। ਉਹਨਾਂ ਨੂੰ ਤੁਹਾਡੀ ਇਹੋ ਜਿਹੀ ਜਿਹੜੀ ਰੀਤੀ ਹੈ ਚੰਗੀ ਨਹੀਂ ਲੱਗਦੀ ਕਿ ਤੁਸੀਂ ਬੋਲੋ ਨਾ, ਤੁਸੀਂ ਹੱਸੋ ਨਾ, ਐਵੇਂ ਦੋ ਦਿਨ ਇੱਕੇ ਥਾਂ ਪਏ ਰਹੋ। ਉਹਨਾਂ ਨੂੰ ਇਹ ਤੁਹਾਡੀ ਰੀਤੀ, ਇਹ ਤੁਹਾਡੀ ਖੇਡ ਚੰਗਾ ਨਹੀਂ ਲੱਗਦਾ, ਸੌਂਦਾ ਨਹੀਂ ਹੈ। ਬੋਲੋ ਬਿਗਸੋ ਵਿਚਰੋ ਸੰਗਾ। ਮੈਂ ਤੇ ਕਹਿਣਾ ਹਾਂ ਤੁਸੀਂ ਇਹਨਾਂ ਨਾਲ ਬੋਲਿਆ ਚਾਲਿਆ ਕਰੋ, ਇਹਨਾਂ ਨੂੰ ਵੇਖ ਕੇ ਖਿੜੋ, ਹੱਸੋ, ਹੱਸ ਕੇ ਬੋਲਿਆ ਕਰੋ। ਤੇ ਜਿੱਥੇ ਕਿਤੇ ਆ ਤੁਹਾਡੇ ਪਿਤਾ ਵਿਚਰਦੇ ਹੈ, ਤੁਹਾਡਾ ਸਾਰਾ ਪਰਿਵਾਰ ਵਿਚਰਦਾ, ਉਹਨਾਂ ਨਾਲ ਵਿਚਰੋ। ਕਰਹੁ ਕਾਜ ਸਭ ਸਹਿਤ ਉਮੰਗਾ। ਬੜੇ ਖੁਸ਼ੀ ਦੇ ਨਾਲ, ਉਤਸ਼ਾਹ ਨਾਲ ਤੁਹਾਡੇ ਜੇ ਪਿਤਾ ਜੀ ਕੋਈ ਕੰਮ ਕਰਦੇ, ਉਹਨਾਂ ਨਾਲ ਹੱਥ ਵਟਾਓ। ਆਪਣੇ ਮਾਂ ਪਿਓ ਨਾਲ, ਪਰਿਵਾਰ ਨਾਲ ਬੜੀ ਖੁਸ਼ੀ ਨਾਲ ਹੱਥ ਵਟਾਓ ਤੁਸੀਂ। ਸੁਨ ਕਰ ਸ਼੍ਰੀ ਨਾਨਕ ਤਿਹ ਬਾਣੀ। ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੁੱਲਾ ਕੁਤਬਦੀਨ ਦੀ ਇਹੋ ਜਿਹੀ ਬਾਣੀ ਬਚਨ। ਬੋਲੇ ਦੀਨ ਬੰਦ ਸੁਖਦਾਨੀ। ਜੋ ਸੁੱਖਾਂ ਦਾ ਦਾਨ ਦੇਣ ਵਾਲੇ ਐ, ਦੀਨਾਂ ਦੇ ਬੰਧੂ ਰਿਸ਼ਤੇਦਾਰ ਐ, ਗਰੀਬਾਂ ਦੇ ਬੰਧਨਾਂ ਨੂੰ ਤੋੜਨ ਵਾਲੇ ਗੁਰੂ ਨਾਨਕ ਸਾਹਿਬ ਜੀ ਮੁਖੋਂ ਬੋਲੇ ਐ ਬਚਨ। ਸ੍ਰੀ ਮੁਖਵਾਕ ਜਨ ਪਿਸਰ ਪਦਰ ਬਿਰਾਦਰਾ। ਸ੍ਰੀ ਕਈਏ ਸੋਭਾ ਵਾਲੇ ਮੁਖ ਤੋਂ ਨਿਕਲੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਵਾਕ ਬਚਨ। ਮਹਾਰਾਜ ਜੀ ਨੇ ਦੂਸਰਾ ਪਦਾ ਉਸੇ ਸ਼ਬਦ ਦਾ ਉਚਾਰਨ ਕੀਤਾ। ਕਹਿਣ ਲੱਗੇ ਮਹਾਰਾਜ ਕਿ ਹੇ ਮੁੱਲਾ, ਤੂੰ ਕਹਿੰਦਾ ਹੈ ਤੁਹਾਡੇ ਮਾਤਾ ਪਿਤਾ ਹੈ, ਇਹਨਾਂ ਨਾਲ ਗੱਲਾਂ ਕਰੋ, ਇਹਨਾਂ ਨਾਲ ਹੱਸੋ ਖੇਡੋ, ਜਿਵੇਂ ਕਹਿੰਦੇ ਉਵੇਂ ਰਹੋ। ਪਰ ਮੈਂ ਤੈਨੂੰ ਕਹਿੰਦਾ ਹਾਂ ਮੁੱਲਾ, ਸੁਣ ਮੇਰਾ ਬਚਨ। ਇਹ ਜਨ ਜਿਹੜੀ ਇਸਤਰੀ ਹੈ, ਘਰ ਵਾਲੀ, ਫਿਰ ਉਸ ਤੋਂ ਪੈਦਾ ਹੋਣ ਵਾਲੇ ਪਿਸਰ ਜਿਹੜੇ ਪੁੱਤਰ ਹੈ, ਪਦਰ ਜਿਹੜਾ ਪਿਓ ਹੈ, ਬਿਰਾਦਰਾਂ, ਭਰਾ, ਭਾਈਚਾਰਾ, ਸਗੇ ਸੰਬੰਧੀ ਆਦਿਕ ਸਾਰੇ। ਕਸ ਨੇਸ ਦਸੰਤੰਗੀਰ। ਦਸਤੰਗੀਰ, ਇਹਨਾਂ ਕਿਸੇ ਨੇ ਵੀ ਅੰਤ ਸਮੇਂ ਜਦੋਂ ਮੌਤ ਆ ਗਈ, ਜਦੋਂ ਮੌਤ ਦੇ ਜੰਮ ਨੇ ਆ ਕੇ ਫੜ ਲਿਆ, ਇਹਨਾਂ ਕਿਸੇ ਨੇ ਦਸਤੰਗ ਕਹੀਏ ਹੱਥ ਨੂੰ ਫੜਨਾ ਨਹੀਂ ਹੈ, ਕਿਸੇ ਨੇ ਬਾਂਹ ਨਹੀਂ ਫੜਨੀ ਇਹਨਾਂ ਵਿੱਚੋਂ। ਆਖਿਰ ਬਿਫਤਮ ਕਸ ਨਾ ਦਰਦ। ਆਖਰ ਜਦੋਂ ਅੰਤ ਵੇਲੇ ਮੌਤ ਰੂਪੀ ਕਾਲ ਆ ਗਿਆ, ਉਹ ਜੰਮ ਆ ਗਿਆ। ਵਿਅਫਤ ਦਾ ਅਰਥ ਹੈ ਡਿੱਗ ਪਿਆ। ਮਾਂ ਦਾ ਅਰਥ ਮੈਂ, ਕਸ ਕਿਸੇ ਨਾ ਨਹੀਂ ਦਾਰਦ ਰੱਖਿਆ, ਇਵੇਂ ਪਦ ਅਰਥ। ਮਹਾਰਾਜ ਕਹਿੰਦੇ ਆਖਰ ਨੂੰ ਜਦੋਂ ਮੌਤ ਦਾ ਸਮਾਂ ਆ ਗਿਆ, ਮੌਤ ਕਰਕੇ ਮਾਂ ਕਈ ਜਿਹੜੇ ਇਹ ਜੀਵ ਹੈ ਇਹ ਡਿੱਗ ਪਿਆ, ਕਿਸੇ ਨੇ ਵੀ ਇਹਦੀ ਰੱਖਿਆ ਨਹੀਂ ਕਰਨੀ। ਜੋ ਸਵਦ ਤਕਬੀਰ। ਚੂੰ ਜਿਸ ਵਕਤ ਆ ਹੋਵੇਗੀ, ਸਵਦ ਭਾਵ ਚੂੰ ਅਰਥ ਜਦੋਂ ਸਵਦ ਹੋਵੇਗੀ। ਤਕਬੀਰ, ਤਕਬੀਰ ਕਹੀਦਾ ਹੈ ਜਿਵੇਂ ਬੱਕਰੇ ਨੂੰ ਕਸਾਈ ਲੋਕ ਕਹਿੰਦੇ ਹੈ, ਬੱਕਰੇ ਨੂੰ ਕਸਾਈ ਲੋਕ ਕਹਿੰਦੇ ਹੈ, ਕਾਜੀ ਕਹਿੰਦਾ ਹੈ ਬੱਕਰੇ ਨੂੰ। ਮਹਾਰਾਜ ਕਹਿੰਦੇ ਜਿਸ ਵਕਤ ਇਹ ਜੀਵ ਨੂੰ
ਕੋਇਆ ਜਾਵੇਗਾ। ਜਦੋਂ ਇਹਨੂੰ ਕੋਣਾ ਇਹਦਾ ਹੋਵੇਗਾ, ਫਿਰ ਦੱਸ ਕਿਹੜਾ ਹੈ ਜਿਹੜਾ ਇਸ ਨੂੰ ਇਹਦੀ ਸਹਾਇਤਾ ਕਰੇਗਾ, ਜਿਹੜਾ ਪਰਿਵਾਰ ਕਿਹੜਾ ਅੱਗੇ ਆਵੇਗਾ। ਚੂੰ ਸਵਦ ਤਕਬੀਰ। ਜਦੋਂ ਹੋਵੇਗੀ ਆ ਮਰਨ ਸਮੇਂ ਜਿਹੜੀ ਮੁਸਲਮਾਨਾਂ ਦੀ ਇੱਕ ਨਮਾਜ਼, ਰਹਿਮਤ ਦੀ ਨਮਾਜ਼ ਪੜ੍ਹਦੇ ਆ, ਮੁਰਦੇ ਨੂੰ ਜਦੋਂ ਦੱਬਣ ਜਾਂਦੇ ਹੈ ਉਦੋਂ ਉੱਥੇ ਇਹ ਨਮਾਜ਼ ਪੜ੍ਹਦੇ, ਇੱਕ ਤੁਕ ਪੜ੍ਹਦੇ ਹੈ, ਅੱਲਾਹੂ ਅਕਬਰ, ਇਹ ਪੜ੍ਹਦੇ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਹ ਕੇ ਰੱਖ ਦਿੱਤਾ, ਮੌਤ ਨੇ ਮਾਰ ਦਿੱਤਾ, ਜਦੋਂ ਹੋਵੇਗੀ ਤਕਬੀਰ, ਇਹ ਜਦੋਂ ਹੋਵੇਗੀ ਜਿਹੜੀ ਅੱਲਾਹੂ ਅਕਬਰ ਰਹਿਮਤ ਦੀ ਨਮਾਜ਼, ਦੱਸੋ ਕੀ ਸਵਾਰੇਗੀ, ਕੀ ਕਰੇਗੀ। ਉਦੋਂ ਤੇ ਅੰਤੀ ਹੋ ਜਾਣਾ ਇਸ ਜੀਵ ਦਾ। ਚੌਪਈ ਪਿਤਾ ਭਰਾਤ ਤਿਯ ਤਾਤ ਸਮੇਤੂ। ਮੁੱਲਾਂ ਜੀ ਸੁਣੋ, ਇਹ ਜਿਹੜਾ ਪਿਤਾ ਹੈ, ਇਹ ਜਿਹੜਾ ਭਰਾ ਹੈ, ਘਰ ਵਾਲੀ ਤੇ ਪੁੱਤਰ, ਇਹ ਸਾਰਿਆਂ ਦੇ ਸਮੇਤ। ਇਨ ਕੋ ਲਖੋ ਕੂਰ ਸਭ ਹੇਤੂ। ਇਹ ਜਿਹੜੇ ਸਾਰੇ ਤੈਨੂੰ ਪ੍ਰੇਮੀ ਨਜ਼ਰ ਆ ਰਹੇ ਕਿ ਮੈਨੂੰ ਪ੍ਰੇਮ ਕਰਦੇ, ਤੂੰ ਜਾਣ ਲੈ। ਇਹ ਪਿਤਾ ਭਰਾ ਇਸਤਰੀ ਪੁੱਤਰ ਸਾਰੇ ਇਹਨਾਂ ਨੂੰ ਝੂਠੇ ਜਾਣ ਲਾ, ਝੂਠੇ ਸਾਕ, ਨਾਮ ਧਰੀਕ ਝੂਠੇ ਸਭ ਸਾਕ ਹਨ ਇਹ। ਧਨ ਬਿਨ ਜੀਵਤ ਤਿਆਗਹਿ ਸੰਗਾ। ਮੈਂ ਤੈਨੂੰ ਦੱਸ ਦਿੰਦਾ ਹਾਂ ਮੁੱਲਾ, ਜਦੋਂ ਧਨ ਤੋਂ ਬਿਨਾਂ ਇਹ ਬੰਦਾ ਹੋ ਜਾਂਦਾ, ਇਹ ਸਾਰੇ ਧੀਆਂ ਪੁੱਤ ਘਰ ਵਾਲੀ ਤੱਕ ਰਿਸ਼ਤੇਦਾਰ ਇਹ ਸਾਥ ਛੱਡ ਜਾਂਦੇ ਹੈ, ਕੋਈ ਨਹੀਂ ਪੁੱਛਦਾ। ਧਨ ਹੋਵਹਿ ਰਹਿ ਸੰਗ ਉਮੰਗਾ। ਜਦੋਂ ਧਨ ਹੁੰਦਾ ਹੈ ਸਾਰੇ ਬੜੇ ਉਤਸ਼ਾਹ ਨਾਲ ਰਹਿੰਦੇ ਹੈ, ਪੁੱਤਰ ਵੀ ਪੁੱਛਦਾ ਹੈ, ਘਰ ਵਾਲੀ ਪੁੱਛਦੀ ਹੈ, ਸਕੇ ਸੰਬੰਧੀ ਤੀਜਾ ਦਿਨ ਹੀ ਟੱਪਣ ਦਿੰਦੇ ਤੇ ਕਾਰ ਭਰ ਕੇ ਆ ਜਾਂਦੇ ਹੈ, ਆ ਕੇ ਬਹਿੰਦੇ ਹੈ, ਹੱਸਦੇ ਖੇਡਦੇ ਹੈ। ਪਰ ਹੇ ਮੁੱਲਾ, ਜਿਸ ਦਿਨ ਮਾਇਆ ਨਹੀਂ ਹੁੰਦੀ, ਸਕੇ ਸੰਬੰਧੀ ਵੀ ਕਹਿੰਦੇ ਉੱਥੇ ਜਾਣਾ ਕੀ ਹੈ, ਕੀ ਖਾਵਾਂਗੇ, ਸਗੋਂ ਦੇਣਾ ਪਊਗਾ। ਪੁੱਤਰ ਵੀ ਕਹਿੰਦੇ ਐ ਤੂੰ ਕੀ ਕੀਤਾ ਹੈ ਸਾਰੀ ਉਮਰ, ਹੁਣ ਤੂੰ ਸਾਡਾ ਕੀ ਲੱਗਦਾ ਹੈ, ਉਹ ਵੀ ਮੂੰਹ ਮੋੜ ਜਾਂਦੇ ਹੈ, ਘਰ ਵਾਲੀ ਮੂੰਹ ਮੋੜ ਜਾਂਦੀ ਹੈ। ਇਵੇਂ ਇਹ ਸਾਰੇ ਜਿਹੜੇ ਹੈ ਨਾ ਮੁੱਲਾ, ਧਨ ਜਾਣ ਤੇ ਇਹ ਵੀ ਚਲੇ ਜਾਂਦੇ, ਪੈਸਾ ਆ ਜਾਵੇ ਤੇ ਸਾਰੇ ਬੜੇ ਖੁਸ਼ੀ ਨਾਲ ਹੀ ਰਹਿੰਦੇ ਆ ਪੈਸੇ ਨੂੰ ਵੇਖ ਕੇ। ਜਬ ਜਮ ਆਨ ਗਹਿ ਇਸ ਪ੍ਰਾਨੀ। ਜਿਸ ਵਕਤ ਇਸ ਪ੍ਰਾਣਾ ਧਾਰੀ ਜੀਵ ਨੂੰ ਜਮ ਮੌਤ ਦਾ ਫਰਿਸ਼ਤਾ ਆ ਕੇ ਫੜ ਲੈਂਦਾ ਹੈ, ਤਬ ਰਾਖਨ ਕੀ ਕਹਾ ਕਹਾਣੀ। ਤਦੋਂ ਰੱਖਣ ਦੀ ਕੀ ਕਹਾਣੀ ਹੈ, ਕੀ ਗੱਲ ਹੈ ਵੀ ਇਹਨਾਂ ਵਿੱਚੋਂ ਕੋਈ ਜਿਹੜਾ ਰੱਖਿਆ ਕਰ ਦੇਵੇ, ਉਹ ਜਮ ਨੂੰ ਪਿਛਾਂਹ ਨੂੰ ਮੋੜ ਦੇਵੇ। ਅੰਤ ਕਾਲ ਗਹਿ ਲੀਨ ਇਕਾਕੀ। ਅੰਤ ਸਮਾਂ ਜਦੋਂ ਆਉਂਦਾ ਹੈ ਇਹ ਜੀਵ ਨੂੰ ਇਕੱਲਿਆਂ ਹੀ ਜਮ ਫੜ ਲੈਂਦਾ ਹੈ। ਤਬ ਤਕਬੀਰ ਹੋਏ ਕਿਆ ਤਾਂ ਕੀ। ਤਦੋਂ ਇਹਦੀ ਕੀ ਤਕਬੀਰ ਹੋਗੀ, ਕੀ ਇਹਦੀ ਤਦਬੀਰ। ਅੱਲਾਹੂ ਅਕਬਰ ਕਹਿ ਕੇ ਰਾਮ ਨਾਮ ਸਤ ਹੈ, ਹੁਕਮ ਸਤ ਹੈ, ਹੇ ਰੱਬ ਨੂੰ ਪਿਆਰਾ ਹੋ ਗਿਆ ਹੈ। ਉਹ ਬੋਲਿਆ ਕੀ ਸਵਾਰੇਗਾ, ਕੀ ਕਰੂਗੀ ਇਹਦੀ ਕੀਤੀ ਹੋਈ ਰਹਿਮਤ ਦੀ ਨਮਾਜ਼। ਚਲਨ ਸੰਗ ਜੋ ਸ਼੍ਰੀ ਹਰਿ ਰੰਗਾ। ਜੋ ਸ਼੍ਰੀ ਪਰਮੇਸ਼ਰ ਖੁਦਾ ਦਾ ਜਿਹੜਾ ਪ੍ਰੇਮ ਹੈ, ਜੋ ਨਾਲ ਜਾਣ ਵਾਲਾ ਇਸ ਜੀਵ ਦੇ। ਨਾਮ ਨਾ ਜਪਿਓ ਰਹਿਓ ਮਨ ਭੰਗਾ। ਉਸ ਨਾਮ ਨੂੰ ਤੇ ਇਹਨੇ ਕਦੀ ਜਪਿਆ ਨਹੀਂ ਹੈ, ਮਨ ਇਹਦਾ ਸਦਾ ਹੀ ਭੰਗ ਰਿਹਾ, ਟੁੱਟਾ ਰਿਹਾ, ਗੁਰੂ ਤੋਂ ਵੱਖਰਾ ਰਿਹਾ ਹੋ ਕੇ ਨਾਮ ਜਪਿਆ ਨਹੀਂ ਹੈ। ਫਿਰ ਪੜੀ ਹੋਈ ਨਮਾਜ਼ ਕੀ ਕੰਮ ਕਰੇ ਇਹਦੇ ਤੇ। ਭਾ ਅਨਾਥ ਜਮ ਮਾਰਗ ਮਾਹੀ। ਜਦੋਂ ਇਹ ਬੰਦਾ ਅਨਾਥ ਹੋ ਕੇ ਬਿਨਾਂ ਖਸਮ ਮਾਲਕ ਗੁਰੂ ਪੀਰ ਤੋਂ ਵਾਂਝਾ ਹੋ ਕੇ, ਭਾਵ ਗੁਰੂ ਪੀਰ ਧਾਰਨ ਨਹੀਂ ਕੀਤਾ, ਜਦੋਂ ਮਨੁੱਖ ਜਨਮ 'ਚ ਰਿਹਾ ਹੈ, ਮਰਜ਼ੀ ਕੀਤੀ ਆਪਣੀ, ਤੇ ਉਹਦਾ ਮਾਲਕ ਕੋਈ ਨਹੀਂ ਹੈ, ਗੁਰੂ ਕੋਈ ਨਹੀਂ ਹੈ, ਪੀਰ ਕੋਈ ਨਹੀਂ ਹੈ, ਉਹਦਾ ਪੈਗੰਬਰ ਕੋਈ ਨਹੀਂ ਹੈ। ਜਦੋਂ ਅਨਾਥ ਹੋ ਕੇ ਜਾਂਦਾ ਹੈ ਜਮ ਦੇ ਮਾਰਗ ਤੇ, ਜਮ ਦੇ ਰਸਤੇ ਉੱਪਰ। ਅਨਕ ਜਾਤਨਾ ਹੋਵਹਿ ਜਾਹੀ। ਹੇ ਮੁੱਲਾ, ਉੱਥੇ ਬੜੀਆਂ ਜਾਤਨਾ, ਬੜੀਆਂ ਤਾੜਨਾ ਹੁੰਦੀਆਂ ਇਸ ਮਨੁੱਖ ਨੂੰ ਜਦੋਂ ਉੱਥੇ ਜਾਂਦਾ ਹੈ।
ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮ ਦਾ, ਮੌਤ ਦਾ ਜਿਹੜਾ ਫਰਿਸ਼ਤਾ ਨਾ, ਉਹਦਾ ਠੇਂਗਾ, ਉਹਦੀ ਮਾਰ ਬੜੀ ਬੁਰੀ ਹੈ, ਉਹ ਸਹੀ ਨਹੀਂ ਜਾਂਦੀ ਹੈ। ਪੁਕਾਰਾਂ ਕਰਦਾ ਹੈ, ਬੜਾ ਔਖਾ ਹੁੰਦਾ ਹੈ, ਤੇ ਫਿਰ ਇਹ ਉੱਥੇ ਕਰਲਾਉਂਦਾ ਹੈ, ਪੁਕਾਰਾਂ ਕਰਦਾ ਹੈ, ਕੋਈ ਨਹੀਂ ਇਹਨੂੰ ਪੁੱਛਦਾ, ਚੀਕਾਂ ਮਾਰ ਮਾਰ ਕੇ ਰੋਂਦਾ ਫਿਰ। ਨਹ ਸਹਾਏ ਤਿਨ ਕੋ ਸਨ ਬੰਧੂ। ਉੱਥੇ ਇਹਦਾ ਕੋਈ ਸਹਾਈ ਨਹੀਂ ਹੁੰਦਾ, ਕੋਈ ਰਿਸ਼ਤੇਦਾਰ ਇਹਦੇ ਨੇੜੇ ਨਹੀਂ ਆਉਂਦਾ, ਕਿਉਂਕਿ ਉੱਥੇ ਬੰਦਾ ਜਾਂਦਾ ਹੀ ਇਕੱਲਾ ਹੈ, ਫਿਰ ਨੇੜੇ ਕੌਣ ਜਾਵੇ। ਉੱਥੇ ਤੇ ਐਸਾ ਭਿਆਨਕ ਥਾਂ ਲਿਖੀ ਹੋਈ ਹੈ, ਗੁਰਬਾਣੀ ਦੇ ਬਚਨ ਹੈ, ਆਗੇ ਬਿਮਲ ਨਦੀ ਅਗਨ ਵਿਖ ਝੇਲਾ। ਉੱਥੇ ਕੀ ਹੈ? ਨਦੀ ਹੈ, ਮਲ ਮੂਤਰ ਦੀ ਭਰੀ ਹੋਈ, ਬੜੀ ਗੰਦਗੀ ਭਰੀ ਹੋਈ ਉਹਦੇ ਵਿੱਚ। ਅੱਗ ਦੀਆਂ ਲਾਟਾਂ ਜਿਹੜੀਆਂ ਨਿਕਲ ਰਹੀਆਂ, ਜ਼ਹਿਰੀਲੀਆਂ, ਲਾਲ ਸੁਰਖ ਅੱਗ, ਐਸੀ ਭਿਆਨਕ ਅੱਗ ਨਿਕਲ ਰਹੀ ਹੈ। ਤੇ ਤਿੱਥੇ ਅਵਰ ਨਾ ਕੋਈ ਜੀਓ ਅਕੇਲਾ, ਉੱਥੇ ਕੋਈ ਨਹੀਂ ਜਾਂਦਾ ਹੈ, ਜੀਓ ਅਕੇਲਾ, ਬੰਦਾ ਇਕੱਲਾ ਹੁੰਦਾ ਹੈ। ਪਹਾੜ ਪਹਾੜ ਅਗਨ ਸਾਗਰ ਦੇ ਲਹਿਰੀ, ਪੜ ਦੱਜੈ ਮਨ ਮੁਖ ਤਾਈ ਹੈ। ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਦਾ ਹੀ ਬਚਨ ਹੈ ਮਾਰੂ ਰਾਗ ਵਿੱਚ, ਕਿ ਅਗਨੀ ਦਾ ਜਿਹੜਾ ਸਮੁੰਦਰ ਹੈ, ਉੱਥੇ ਨਰਕ ਵਿੱਚ, ਦੋਜ਼ਖ ਵਿੱਚ, ਉਹ ਪਹਾੜ ਪਹਾੜ ਉਹਦੀਆਂ ਲਹਿਰਾਂ ਆਵਾਜ਼ਾਂ ਦੇ ਰਹੀਆਂ ਹੈ, ਉਹ ਬੜਾ ਸਮੁੰਦਰ ਵਗ ਰਿਹਾ ਹੈ ਅੱਗ ਦਾ। ਤੇ ਮਨਮੁਖ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵੱਖਰੇ ਰਹੇ, ਆਪਣੇ ਮਨ ਦੇ ਪਿੱਛੇ ਲੱਗ ਕੇ ਟੁੱਟੇ ਰਹੇ, ਤੇ ਉਹ ਪੈ ਕੇ ਉਸ ਦੇ ਵਿੱਚ ਸੜਦੇ ਹੈ, ਹਾਹਾਕਾਰ ਮਚਾਉਂਦੇ ਹੈ, ਬੜੀ ਜਾਨ ਔਖੀ ਹੁੰਦਾ ਉਹਨਾਂ ਦੀ। ਹੁਣ ਉੱਥੇ ਕਿਹੜੀ ਸਿਫਾਰਿਸ਼ ਹੈ? ਇੱਥੇ ਥਾਣੇ ਫੜਿਆ ਜਾਊ ਤੇ ਕੋਈ ਛਡਾ ਲੂਗਾ ਵੀ ਬੜੀ ਮੇਰੀ ਪਹੁੰਚ ਹੈ, ਪੈਸੇ ਦੇ ਦੂਗਾ। ਉੱਥੇ ਕੋਈ ਪੈਸਾ ਨਹੀਂ ਚੱਲਣਾ, ਸਿਫਾਰਿਸ਼ ਨਹੀਂ ਚੱਲਣੀ, ਗੁਰੂ ਦੀ ਸਿਫਾਰਿਸ਼ ਚੱਲਦੀ ਉੱਥੇ। ਤੇ ਉਸ ਗੁਰੂ ਤੋਂ ਤੇ ਬੰਦਾ ਸਾਰੀ ਉਮਰ ਮਨਮੁਖ ਰਿਹਾ, ਫਿਰ ਕਿਹੜਾ ਹੁਣ ਉੱਥੇ ਹਾਮੀ ਭਰੇ। ਹੇ ਮੁੱਲਾ, ਜਦੋਂ ਇਹ ਜਮ ਦੇ ਮਾਰਗ 'ਤੇ ਜਿੱਥੇ ਜੀਵ ਜਾਂਦਾ, ਉੱਥੇ ਬੜੀ ਇਹਨੂੰ ਸਾਸਨਾ ਤਾੜਨਾ, ਬੜੀ ਮਾਰ ਪੈਂਦੀ ਹੈ। ਜਿਨ ਮਹਿ ਪਚਿਓ ਰਹਿਓ ਮਤ ਅੰਧੂ। ਉੱਥੇ ਇਹਦਾ ਕੋਈ ਸੰਬੰਧੀ ਸਹਾਇਤਾ ਨਹੀਂ ਕਰਦਾ ਹੈ, ਜਿਨ੍ਹਾਂ ਵਿੱਚ ਐ ਫਸਿਆ ਰਿਹਾ, ਮਨ ਦਾ ਅੰਨਾ ਹੋ ਕੇ ਗੁਰੂ ਦੇ ਬਚਨ ਨਾ ਸੁਣੇ ਕਦੀ। ਜਾਨੀ ਹਿਰਦੈ ਮੁਲਾਨੇ ਰੀਤੀ। ਮੁਲਾਣੇ ਮੁੱਲਾ ਕੁਤਬਦੀਨੇ ਸੱਚੇ ਪਾਤਸ਼ਾਹ ਜੀ ਦੀ ਰੀਤੀ ਆਪਣੇ ਹਿਰਦੇ ਵਿੱਚ ਜਾਣੀ ਹੈ ਕਿ ਇਹਦੇ ਮਹਾਨ ਹੈ। ਪਰ ਪੂਰਨ ਔਰ ਮਹਿ ਹਰ ਪ੍ਰੀਤੀ। ਕਿ ਹਿਰਦੇ ਦੇ ਵਿੱਚ ਜਿਹੜੀ ਹਰੀ ਖੁਦਾ ਦੀ ਪ੍ਰੀਤੀ ਇਹਨਾਂ ਦੇ ਹਿਰਦੇ ਵਿੱਚ ਐ ਪਰਿਪੂਰਨ, ਐ ਭਰੀ ਹੋਈ ਹੈ ਪੂਰੀ। ਇਸ ਕੇ ਬਚਨ ਮੋਹੇ ਮਨ ਫੇਰਾ। ਮੁੱਲਾ ਕੁਤਬਦੀਨ ਸੁਣ ਰਿਹਾ ਹੈ, ਸੁਣ ਕੇ ਵਿਚਾਰਦਾ ਮਨ ਹੀ ਮਨ 'ਚ, ਬੜੇ ਜਾਣੇ ਇਕੱਠੇ ਹੋਏ ਹੈ, ਪਰ ਮੁੱਲਾ ਦੇ ਇੰਨਾ ਅਸਰ ਹੋ ਰਿਹਾ ਹੈ, ਦੂਸਰੇ ਪਰਿਵਾਰ 'ਤੇ ਕਿਸੇ ਦੇ ਅਸਰ ਨਹੀਂ ਹੁੰਦਾ ਹੈ, ਮੁੱਲਾ 'ਤੇ ਅਸਰ ਹੋ ਰਿਹਾ। ਮੁੱਲਾ ਵਿਚਾਰਦਾ ਕੀ ਕਹਿੰਦਾ ਮਨ 'ਚ, ਕਹਿੰਦਾ ਉਹ ਮਨਾ ਮੁੱਲਾ, ਇਸ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੇ ਤਾਂ ਮੇਰਾ ਵੀ ਮਨ ਫੇਰ ਦਿੱਤਾ ਦੁਨੀਆ ਵੱਲੋਂ। ਜਿਉ ਮਤੰਗ ਅੰਕਸ ਕਰ ਪ੍ਰੇਰਾ। ਜਿਵੇਂ ਹਾਥੀ ਨੂੰ ਉਹ ਜਿਹੜਾ ਕੁੰਡਾ ਹੈ ਅੰਕਸ, ਉਹ ਪ੍ਰੇਰਦਾ ਹੈ, ਜਿੱਥੇ ਕੁੰਡਾ ਵੱਜੇ ਉਹ ਸਿੱਧਾ ਤੁਰਿਆ ਜਾਂਦਾ ਹੈ। ਇਹਨਾਂ ਦੇ ਬਚਨਾਂ ਨੇ ਤੇ ਮੇਰਾ ਮਨ ਰੂਪੀ ਹਾਥੀ ਨੂੰ ਗੁਰੂ ਰੂਪੀ ਬਚਨਾਂ ਨੇ ਪ੍ਰੇਰ ਦਿੱਤਾ ਹੈ। ਕਹੈ ਗੁਨਾ ਕਰ ਬਾਣੀ ਸਾਚੀ। ਕਹਿੰਦਾ ਹੈ ਵੀ ਇਹਨਾਂ ਦੀ ਗੁਣਾ ਦੀ ਖਾਣ ਤੇ ਸੱਚੀ ਬਾਣੀ ਕਹਿੰਦੇ ਐ। ਕੂਰ ਕੁਟੰਬ ਪ੍ਰੀਤ ਰੁਚ ਰਾਚੀ। ਇਹ ਤੇ ਸੱਚ ਕਹਿੰਦੇ ਐ, ਜਿਹੜੇ ਪਰਿਵਾਰ ਦਾ ਪ੍ਰੇਮ ਹੈ ਇਹ ਤੇ ਕੂੜਾ ਹੈ, ਝੂਠਾ ਪ੍ਰੇਮ ਹੈ। ਜਿਹੜੀ ਰਚੀ ਹੋਈ ਨਾ ਪ੍ਰੇਮ ਲੱਗਾ ਹੋਇਆ, ਇਹ ਤੇ ਸਾਰਾ ਸੰਸਾਰ ਝੂਠਾ ਹੀ ਹੈ ਮਨਾ। ਆਖਰ ਕੋ ਰਖਵਾਰ ਨ ਸੰਗੀ। ਇਹ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੱਚ ਹੋ ਰਹੇ ਹੈ, ਸੱਚ ਕਹਿ ਰਹੇ ਹੈ
ਕਿ ਆਖਰ ਜਦੋਂ ਅੰਤ ਸਮਾਂ ਆਉਂਦਾ ਹੈ, ਕੋਈ ਸੰਗੀ ਸਾਥੀ ਆ ਰਖਵਾਲੀ ਨਹੀਂ ਕਰਦਾ, ਕੋਈ ਰੱਖਿਆ ਨਹੀਂ ਕਰਦਾ। ਸਹਿ ਜੀਵ ਯਹ ਦੁਖ ਇਕਾਂਗੀ। ਜਿੱਥੇ ਉਹ ਦੋਜਕ ਤਪ ਦੇ ਵਿੱਚ, ਨਰਕ ਦੇ ਵਿੱਚ ਇਕੱਲਾ ਇਹ ਜੀਵ ਬੜੇ ਦੁੱਖ ਸਹਿੰਦਾ ਹੈ। ਮੌਤ ਤੋਂ ਬਾਅਦ ਬਾਬਾ ਫਰੀਦ ਜੀ ਬਚਨ ਕਰਦੇ, ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ, ਜੋ ਦਰਿਆਵੈ ਢਾਹਾ। ਅੱਗੇ ਦੋਜਕ ਤਪਿਆ ਸੁਣੀਏ, ਹੂਲ ਪਵੇ ਕਾ ਹਾਹਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਇਵੇਂ ਦਿਸ ਰਿਹਾ ਹੈ ਜਿਵੇਂ ਦਰਿਆ ਦੇ ਕਿਨਾਰੇ 'ਤੇ ਉਹ ਬਣੇ ਹੁੰਦੇ ਕਿਨਾਰੇ, ਛੱਲਾਂ ਮਾਰ ਮਾਰ ਕੇ, ਮਿੱਟੀ ਖੋਰ ਖੋਰ ਕੇ ਬੰਨੇ ਢਾਈ ਜਾਂਦਾ ਦਰਿਆ। ਇਵੇਂ ਮੌਤ ਦਾ ਜਿਹੜਾ ਬੰਨਾ ਦਿਸ ਰਿਹਾ ਹੈ, ਢਹਿ ਰਹੇ ਆ ਦਿਨੋਂ ਦਿਨ। ਤੇ ਅੱਗੇ ਜਿਹੜਾ ਹੈ ਦੋਜਕ ਤਪਿਆ ਸੁਣਿਆ ਜਾ ਰਿਹਾ ਹੈ ਵੱਡਿਆਂ ਵੱਡਿਆਂ ਮੁਰਸ਼ਿਦਾਂ ਤੋਂ, ਗੁਰੂ ਪੀਰਾਂ ਤੋਂ, ਵੇਦਾਂ ਸ਼ਾਸਤਰਾਂ ਕਿਤਾਬਾਂ ਰਾਹੀਂ, ਕਿ ਉਹ ਜਿਹੜਾ ਦੋਜਕ ਹੈ ਉੱਥੇ ਅੱਗ ਬੜੀ ਬਲ ਰਹੀ ਹੈ। ਉੱਥੇ ਤੇ ਖੂਨ ਪਾਕ ਮਲ ਮੂਤਰ ਦੀ ਨਦੀ ਭਰੀ ਹੋਈ ਹੈ। ਜਿੱਥੇ ਹੂਲ ਪਵੇ ਕਾ ਹਾਹਾ, ਰੌਲਾ ਪੈ ਰਿਹਾ ਹੈ, ਚੀਕ ਚਹਾੜਾ ਪੈ ਰਿਹਾ, ਕੋਈ ਸੁਣ ਨਹੀਂ ਰਿਹਾ ਹੈ। ਇੰਨੀ ਬੁਰੀ ਹਾਲਤ ਹੋ ਰਹੀ ਹੈ। ਤੇ ਹੇ ਮਨਾ ਤੂੰ ਨਾਮ ਜਪ, ਉਹ ਖੁਦਾ ਦੀ ਬੰਦਗੀ ਕਰ, ਕਿਤੇ ਉੱਥੇ ਜਾ ਕੇ ਔਖੇ ਨਾ ਹੋਣਾ ਪਵੇ। ਬਾਬਾ ਫਰੀਦ ਜੀ ਦੇ ਜਿੰਨੇ ਸ਼ਲੋਕ ਹੈ ਸਾਰੇ ਸਾਧ ਸੰਗਤ ਜੀ ਵਿਰਾਗਮਈ ਸ਼ਲੋਕ ਹੈ। ਉਹ ਤੇ ਜਿਹੜੇ ਵਿਰਾਗੀ ਸੁਣਨਗੇ ਉਹਨਾਂ ਦੇ ਨੇਤਰਾਂ 'ਚ ਜਾਲੀ ਨਹੀਂ ਬੰਦ ਹੁੰਦਾ ਵੀ ਇੰਨਾ ਵਿਰਾਗ ਬਾਬਾ ਫਰੀਦ ਜੀ ਨੂੰ, ਇੰਨੀ ਡੂੰਘਾਈ ਦੇ ਬਚਨ ਜਿਨ੍ਹਾਂ ਦੇ ਅਸਰ ਹੈ ਪਰਮੇਸ਼ਰ ਦੇ ਨਾਮ ਦਾ। ਦੂਜੇ ਨੇ ਕੀ ਸੁਣਿਆ ਤੇ ਕੀ ਨਾ ਸੁਣਿਆ ਉਹ ਲੰਘ ਜਾਂਦਾ ਹੈ। ਕਿੰਨੀ ਸਾਧ ਸੰਗਤ ਜੀ ਪਰਲੋਕ ਦੀ ਮਾੜੀ ਹਾਲਤ ਬਾਰੇ ਦੱਸ ਦਿਓ ਵੀ ਨਰਕ ਐਸਾ ਹੈ, ਨਹੀਂ ਮਨ ਟਲਦਾ ਹੈ, ਨਹੀਂ ਅੱਖਾਂ 'ਚੋਂ ਨੇਤਰਾਂ ਜਲ ਆਉਂਦਾ ਹੈ, ਨਹੀਂ ਮੰਨਦਾ ਹੈ ਮਨ, ਨਹੀਂ ਇਸ ਗੱਲ 'ਤੇ ਯਕੀਨ ਕਰਦਾ ਹੈ। ਇੱਥੇ ਮੁੱਲਾ ਜੀ ਕਹਿ ਰਹੇ ਹੈ ਵੀ ਜਿੱਥੇ ਜੀਵ ਇਕੱਲਾ ਦੁੱਖ ਸਹਿੰਦਾ ਹੈ, ਉੱਥੇ ਤੇ ਵਾਕਿਆ ਕੋਈ ਨਹੀਂ ਰਖਵਾਲੀ ਕਰਦਾ ਸੰਗੀ ਸਾਥੀ। ਅਸ ਅਨਜਾਨ ਪਨੇ ਮਹਿਮਾਨ। ਐਸੇ ਝੂਠੇ ਆ ਬੇਸਮਝੀ ਦੇ ਅਣਜਾਣ ਪਣੇ ਦੇ ਵਿੱਚ ਇਹ ਮਨੁੱਖ ਪਚਹਿ ਰੈਨ ਦਿਨ ਭੇਵ ਨਾ ਜਾਣਵ। ਮਨਾਏ ਤੇ ਜੀਵ ਫਸਿਆ ਰਹਿੰਦਾ, ਰਾਤ ਦਿਨ ਮਰਦਾ ਖਪਦਾ ਰਹਿੰਦਾ ਏ ਪਰਿਵਾਰ ਵਾਸਤੇ, ਗੁਰੂ ਵੱਲ ਕਿਤੇ ਜਾਂਦਾ ਨਹੀਂ। ਆ ਜਿਹੜਾ ਭੇਦ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਦੱਸ ਦਿੱਤਾ, ਇਹ ਤੇ ਲੋਕ ਭੇਦ ਜਾਣਦੇ ਨਹੀਂ ਹਨ। ਹਸ ਵਿਚਾਰ ਕਰ ਹਿਰਦੈ ਮੁਲਾਨਾ। ਇਹ ਸਾਰੇ ਵਿਚਾਰ ਕਰਕੇ ਮੁੱਲਾ ਕੁਤਬਦੀਨ ਆਪਣੇ ਹਿਰਦੇ ਵਿੱਚ ਲਖ ਮਹਿਮਾ ਮੁਖ ਬਚਨ ਬਖਾਨਾ। ਗੁਰੂ ਜੀ ਦੀ ਮਹਿਮਾ ਵਡਿਆਈ ਜਾਣ ਕੇ ਆਪਣੇ ਮੁਖ ਤੋਂ ਬਚਨ ਕਹਿਣ ਲੱਗਾ ਗੁਰੂ ਦੀ ਮਹਿਮਾ ਦੇ। ਅਲਪ ਬੈਸ ਏਤੀ ਦਾਨਾਈ। ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਇੰਨੀ ਛੋਟੀ ਉਮਰ ਤੇ ਇੰਨੀ ਸਿਆਣਪ, ਇੰਨਾ ਦਾਨਾਪਣਾ, ਇੰਨੀ ਬਜ਼ੁਰਗੀ ਤੁਹਾਡੇ ਅੰਦਰ, ਮੈਂ ਤੇ ਮਹਾਰਾਜ ਹੈਰਾਨ ਹੋ ਗਿਆ ਹਾਂ। ਕੋ ਅਵਤਰਿਓ ਸੰਤ ਸੁਖਦਾਈ। ਮੈਂ ਤੇ ਜਾਣ ਲਿਆ ਹੈ ਕਿ ਸੁੱਖਾਂ ਨੂੰ ਦੇਣ ਵਾਲਾ ਕੋਈ ਨਾ ਕੋਈ ਇਹਦੇ ਸੰਤ ਹੀ ਅਵਤਾਰ, ਕਿਸੇ ਸੰਤ ਦਾ ਹੀ ਅਵਤਾਰ ਹੋ ਗਿਆ ਹੈ। ਸੰਤ ਤੋਂ ਅਰਥ ਕੀ ਹੈ? ਪਰਮੇਸ਼ਰ। ਸਮੇਂ ਸੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਸੁਨਾਈ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਹੈ, ਕਹਿੰਦਾ ਹੈ ਕਿ ਮੈਂ ਤੇ ਇਵੇਂ ਜਾਣ ਲਿਆ ਹੈ ਕਿ ਸੁੱਖਾਂ ਨੂੰ ਦੇਣ ਵਾਲਾ ਜੋ ਸੰਤ ਪਰਮੇਸ਼ਰ ਖੁਦਾ ਹੈ, ਉਸ ਦਾ ਹੀ ਕੋਈ ਅਵਤਾਰ ਹੋ ਗਿਆ ਹੈ। ਸਿਸਤਾ ਵਿਖੈ ਬੰਦਗੀ ਜਾਣੀ। ਮਹਾਰਾਜ ਤੁਸੀਂ ਤੇ ਧੰਨੋ ਜਿਨ੍ਹਾਂ ਬਾਲਕ ਉਮਰਾਂ ਵਿੱਚ ਹੀ ਉਹ ਪਰਮੇਸ਼ਰ ਦੀ ਜਿਹੜੀ ਬੰਦਗੀ ਹੀ ਚੰਗੀ ਜਾਣੀ ਹੈ। ਨੇਕੀ ਕਾਰ ਕਰਨ ਮਨ ਠਾਨੀ। ਜਿਨ੍ਹਾਂ ਨੇ ਨੇਕੀ ਭਲਾਈ ਦੇ ਕੰਮ ਕਰਨ ਨੂੰ ਮਨ ਵਿੱਚ ਪੱਕਾ ਕੀਤਾ ਹੈ ਕਿ ਭਾਈ ਜਿੰਨਾ ਹੋ ਸਕਦਾ ਭਲਾ ਕਰ ਲੋ ਰਹਿੰਦਿਆਂ। ਬਦੀ ਖਿਆਲ ਦਿਲ ਦੀਨ ਭੁਲਾਈ। ਆ ਜਿਹੜੀਆਂ ਬਦੀਆਂ ਦੇ ਖਿਆਲ ਕਰਨੇ, ਮੰਦੇ ਕਰਮਾਂ ਦੇ ਖਿਆਲ ਕਰਨੇ, ਬੁਰਾਈ ਦੇ ਖਿਆਲ ਕਰਨੇ, ਇਹ ਤੇ ਗੁਰੂ ਨਾਨਕ ਸਾਹਿਬ ਜੀ ਤੁਸਾਂ ਨੇ ਦਿਲ ਤੋਂ ਭੁਲਾ ਹੀ ਦਿੱਤਾ ਹੈ।
ਰੀਤ ਪਰੀਤ ਕੀ ਚੀਤ ਬਸਾਈ। ਆਪਣੇ ਚਿੱਤ ਦੇ ਵਿੱਚ ਉਹ ਖੁਦਾ ਦੀ ਪ੍ਰੀਤੀ ਦੀ ਜਿਹੜੀ ਰੀਤੀ ਹੈ ਉਹ ਵਸਾਈ ਹੋਈ ਹੈ। ਵਿਸ਼ਿਆਨ ਤੇ ਉਦਾਸ ਮਤ ਕੀਨੀ। ਤੁਸਾਂ ਨੇ ਤੇ ਆਪਣੀ ਜਿਹੜੀ ਬੁੱਧੀ ਹੈ ਉਹ ਤੇ ਮਹਾਰਾਜ ਆ ਵਿਸ਼ਿਆਂ ਤੋਂ ਹੀ ਜਿਹੜੀ ਹੈ ਉਪਰਾਮ ਕੀਤੀ ਹੈ। ਗਿਰਾ ਪ੍ਰੇਮ ਪਰਮੇਸ਼ਰ ਭੀਨੀ। ਤੁਹਾਡੀ ਤੇ ਜਿਹੜੀ ਬਾਣੀ ਹੈ ਪਰਮੇਸ਼ਰ ਦੇ ਪ੍ਰੇਮ ਵਿੱਚ ਹੀ ਆ ਭਿੱਜੀ ਹੋਈ ਹੈ। ਉਸਤਤ ਕੇ ਬਚ ਸੁਨ ਮੁਖ ਸਦਨਾ। ਸਤਿਗੁਰੂ ਨਾਨਕ ਮਹਾਰਾਜ ਜੀ ਜਿਨ੍ਹਾਂ ਨੂੰ ਕੋਈ ਉਸਤਤ ਦੀ ਭੁੱਖ ਨਹੀਂ ਹੈ, ਐਸੇ ਸੱਚੇ ਪਾਤਸ਼ਾਹ ਕੇ ਮੁੱਲਾ ਸਾਡੇ ਉਸਤਤ ਕਰ ਰਿਹਾ ਹੈ। ਇਹੋ ਜਿਹੇ ਬਚਨ ਸੁਣ ਕੇ ਆ ਸੁਖ ਦੇ ਘਰ ਗੁਰੂ ਨਾਨਕ ਸਾਹਿਬ ਜੀ। ਕਹਿਓ ਤ੍ਰੇਤੀਏ ਪਦ ਪੰਕਜ ਬਦਨਾ। ਮਹਾਰਾਜ ਜਿਨ੍ਹਾਂ ਦਾ ਕਮਲ ਵਰਗਾ ਮੁਖ ਹੈ, ਐਸੇ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਸ਼ਬਦ ਦਾ ਤੀਸਰਾ ਪਦਾ ਉਚਾਰਨ ਕੀਤਾ। ਸ੍ਰੀ ਮੁਖਵਾਕ ਸਭ ਰੋਜ ਗਸਤਮ ਦਰਹਵਾ। ਮਹਾਰਾਜ ਜੀ ਜਿਹਨੇ ਸਿਫਤ ਕੀਤੀ ਨਾ ਕਿ ਮਹਾਰਾਜ ਤੁਸੀਂ ਧੰਨ ਹੋ ਜਿਨ੍ਹਾਂ ਨੇ ਆ ਵਿਸ਼ਿਆਂ ਤੋਂ ਆਪਣੀ ਮੱਤ ਜਿਹੜੀ ਹੈ ਪਲਟਾ ਦਿੱਤੀ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਤੁਸਾਂ ਨੇ ਪ੍ਰੀਤੀ ਲਾਈ ਹੋਈ ਹੈ। ਤੁਸੀਂ ਤੇ ਧੰਨ ਹੋ ਜਿਨ੍ਹਾਂ ਨੇ ਆ ਛੋਟੀ ਉਮਰ ਵਿੱਚ ਹੀ ਆ ਬੰਦਗੀ ਨੂੰ ਜਾਣਿਆ ਹੋਇਆ ਹੈ। ਤੇ ਮਹਾਰਾਜ ਜੀ ਨੇ ਫਿਰ ਬਚਨ ਉਚਾਰਨ ਕੀਤੇ ਹੈ। ਗੁਰੂ ਸਾਹਿਬ ਜੀ ਕਹਿੰਦੇ ਮੁੱਲਾ ਤੂੰ ਸਾਡੀ ਸਿਫਤ ਕਰਦਾ, ਅਸੀਂ ਤੈਨੂੰ ਦੱਸਦੇ ਹਾਂ ਅਸੀਂ ਕਿਵੇਂ ਹਾਂ। ਸਭ ਰਾਤ ਨੂੰ ਕਹੀਦਾ ਹੈ, ਰੋਜ਼ ਦਿਨ ਗਸਤ ਫਿਰਦਾ ਹਾਂ ਮੈਂ ਦਰ ਵਿੱਚ ਹਵਾ ਵਾਸ਼ਨਾ। ਇਵੇਂ ਇਹ ਪਦ ਅਰਥ ਸੁਣਾਏ ਜਾਂਦੇ ਤਾਂ ਕਰਕੇ ਕਿ ਸਮਝ ਪੈ ਜੇ, ਨਹੀਂ ਤੇ ਸਿੱਧਾ ਅਰਥ ਵੀ ਕਰ ਸਕੀਦਾ ਹੈ। ਮਹਾਰਾਜ ਕਹਿੰਦੇ ਹੈ ਕਿ ਹੇ ਮੁੱਲਾ ਰਾਤ ਦਿਨ ਅਸੀਂ ਜੀਵ ਤੇ ਫਿਰਦੇ ਹਾਂ ਆ ਵਿਸ਼ੇ ਵਾਸ਼ਨਾ ਦੀਆਂ ਹਵਾ ਵਿਸ਼ੇ ਵਾਸ਼ਨਾ ਦੇ ਵਿੱਚ। ਕਰ ਦੇਮ ਬਦੀ ਖਿਆਲ। ਤੇ ਰਾਤ ਦਿਨ ਇਹ ਜਿਹੜਾ ਜੀਵ ਹੈ ਬੁਰਿਆਈ ਦੇ ਖਿਆਲ ਮੰਦੇ ਕਰਮਾਂ ਦੇ ਖਿਆਲ ਕਰਦਾ ਹੀ ਰਹਿੰਦਾ ਹੈ। ਗਾਹੇ ਨਾ ਨੇਕੀ ਕਾਰ ਕਰਦਮ। ਗਾਹੇ ਕਹੀਏ ਕਦੇ ਵੀ ਨਾ ਨਹੀਂ ਨੇਕੀ ਭਲਾਈ ਕਰਦਮ ਕਰਦਾ ਮੈਂ ਤੇ ਕਾਰ ਕੰਮ। ਕਦੇ ਵੀ ਇਹ ਜੀਵ ਆ ਨੇਕੀ ਦੇ ਕੰਮ ਨਹੀਂ ਕਰਦਾ, ਭਲਾਈ ਦੇ ਕੰਮ ਨਹੀਂ ਕਰਦਾ। ਮਮ ਈ ਚਿਨੀ ਅਹਵਾਲ। ਮਮ ਕਹੀਏ ਤਮਾਮ ਸਾਡੇ ਜੀਵਾਂ ਦਾ ਇਹੋ ਜਿਹਾ ਹੀ ਹਾਲ ਹੋ ਰਿਹਾ ਹੈ। ਕਦੇ ਨੇਕੀ ਦੇ ਕੰਮ ਵੱਲ ਨਹੀਂ ਆਉਂਦਾ, ਬਦੀਆਂ ਖਿਆਲ ਰਾਤ ਦਿਨ ਹੀ ਕਰਦਾ ਰਹਿੰਦਾ। ਵਿਸ਼ੇ ਵਾਸ਼ਨਾ ਇਹਦੇ ਅੰਦਰ ਚੱਲਦੀ ਰਹਿੰਦੀ ਸਾਰੀ ਜ਼ਿੰਦਗੀ। ਚੌਪਈ ਬਦੀ ਖਿਆਲ ਨਿਸਬਾਸਰ ਮਾਹੀ। ਮੁੱਲਾ ਕੁਤਬਦੀਨ ਜੀ ਰਾਤ ਦਿਨ ਇਹ ਜੀਵ ਆ ਬਦੀ ਬੁਰਿਆਈ ਬੁਰੇ ਖਿਆਲਾਂ ਵਿੱਚ ਹੀ ਪਿਆ ਰਹਿੰਦਾ ਹੈ। ਕਰਤ ਰਹਿਤ ਕੁਛ ਜਾਣਤ ਨਾਹੀ। ਮੰਦੇ ਚੰਗੇ ਖਿਆਲ ਕਰਦਾ ਹੈ, ਕੁਛ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਹੈ ਕਿ ਮੈਂ ਇਹਨਾਂ ਕੰਮਾਂ ਤੋਂ ਪਿੱਛੇ ਹਟ ਜਾ। ਚਿੰਤਾ ਮਨ ਕੋ ਤਜਹਿ ਗਵਾਰਾ। ਇਹ ਮਨੁੱਖ ਤੇ ਐਸਾ ਮੂਰਖ ਹੋ ਗਿਆ ਕੀ ਦਸੀਏ ਕਿ ਚਿੰਤਾ ਮਣੀ ਜਿਹੜੀ ਚਿਤਵਣੀ ਕਰਨ ਦੇ ਨਾਲ ਸਭ ਪਦਾਰਥ ਦੇ ਦਿੰਦੀ ਹੈ ਉਹ ਕੀ ਪਰਮੇਸ਼ਰ ਹੈ। ਚਿੰਤਾ ਮਣੀ ਨੂੰ ਤੇ ਇਹ ਮੂਰਖ ਛੱਡ ਦਿੰਦਾ ਹੈ। ਕਾਚ ਲਹੇ ਕਰ ਜਤਨ ਅਪਾਰਾ। ਬੜੇ ਹੀਲੇ ਕਰਕੇ ਯਤਨ ਬੜੇ ਕਰ ਕਰਕੇ ਕੱਚ ਨੂੰ ਫੜਦਾ ਹੈ, ਰਾਤ ਦਿਨ ਭੱਜਾ ਫਿਰਦਾ ਇਹ। ਸੁਰ ਤਰ ਕੋ ਨਿਜ ਅਜਰ ਉਖਾਰ ਹੈ। ਸੁਰ ਤਰ ਜਿਹੜਾ ਕਲਪ ਬ੍ਰਿਸ਼ ਹੈ ਦੇਵਤਿਆਂ ਦਾ ਬ੍ਰਿਸ਼, ਉਹ ਕਲਪ ਬ੍ਰਿਸ਼ ਨੂੰ ਇਹ ਤੇ ਮਨੁੱਖ ਐਸਾ ਮੂਰਖ ਆਪਣੇ ਵਿਹੜੇ ਵਿੱਚੋਂ ਉਖਾੜ ਦਿੰਦਾ, ਪੁੱਟ ਕੇ ਉਹ ਮਾਰਦਾ ਹੈ। ਬਨੀ ਬਬੂਰਨਾ ਕੀ ਬਿਸਤਾਰ ਹੈ। ਤੇ ਕੀ ਕਰਦਾ ਹੈ ਉਹ ਕਲਪ ਬ੍ਰਿਸ਼ ਨੂੰ ਤੇ ਪੁੱਟ ਦਿੰਦਾ ਵਿਹੜੇ ਵਿੱਚੋਂ ਜਾਂ ਜ਼ਮੀਨ ਵਿੱਚੋਂ। ਤੇ ਜਿਹੜੀਆਂ ਕਿੱਕਰ ਦੇ ਬਗੀਚੀਆਂ ਹੈ, ਕਿੱਕਰਾਂ ਦਾ
ਬੀਜ 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 ਕੇ ਫੈਲਾਓ ਕਰਦਾ ਕਿ ਕਿੱਕਰਾਂ ਹੀ ਕਿੱਕਰਾਂ ਕਰ ਦੇਣੀਆਂ, ਵਿਹੜਾ ਮੈਂ ਭਰ ਦੇਣਾ ਕਿੱਕਰਾਂ ਨਾਲ। ਤਰਕ ਸੁਦਾ ਕੋ ਹੋ ਹੈ ਸਰਾਪੀ। ਤੇ ਅੰਮ੍ਰਿਤ ਨੂੰ ਤਰਕ ਕਰਦਾ ਹੈ, ਅੰਮ੍ਰਿਤ ਲਈ ਇਹ ਮਨੁੱਖ ਤਰਕ ਕਰਦਾ ਤੇ ਸ਼ਰਾਬੀ ਹੋਇਆ ਰਹਿੰਦਾ, ਸ਼ਰਾਬ ਪੀਂਦਾ ਹੈ। ਸ਼ਰਾਬ ਨੂੰ ਕਹਿੰਦਾ ਕਿ ਇਹਦੇ ਵਿੱਚ ਦੱਸੋ ਕਿਹੜੀ ਮਾੜੀ ਚੀਜ਼ ਹੈ, ਮੈਂ ਤੇ ਪੀਊਂਗਾ ਹੀ ਪੀਊਂਗਾ। ਅੰਮ੍ਰਿਤ ਬੜੀ ਤਰਕ ਕਰਦਾ ਹੈ, ਅੰਮ੍ਰਿਤ ਵਾਲੇ ਕੀ ਬਹੁਤੇ ਚੰਗੇ ਹੈ, ਅੰਮ੍ਰਿਤ ਨੂੰ ਪੀ ਕੇ ਕੀ ਕਰਾਂਗੇ, ਅੰਮ੍ਰਿਤ ਨਾਲ ਕੀ ਹੋ ਚੱਲਿਆ ਹੈ, ਸਾਨੂੰ ਨਹੀਂ ਅੰਮ੍ਰਿਤ ਦੀ ਲੋੜ। ਇੱਥੇ ਵੇਖ ਲਓ ਗੁਰੂ ਨਾਨਕ ਸਾਹਿਬ ਜੀ ਕਹਿ ਰਿਹਾ, ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਈਆਂ ਦੇ ਹਿਰਦਿਆਂ ਵਿੱਚ ਉਹ ਭਾਂਬੜ ਮੱਚੇ ਰਹਿੰਦੇ, ਕਹਿੰਦੇ ਤੇ ਸਾਨੂੰ ਲਾ ਕੇ ਗੱਲਾਂ ਕਰਦੇ ਹੈ। ਇੱਥੇ ਮਹਾਰਾਜ ਦੀ ਕਥਾ ਆ ਰਹੀ, ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਐਸਾ ਇਹ ਬਦੀ ਮਾੜੇ ਖਿਆਲਾਂ ਵਾਲਾ ਹੈ, ਅੰਮ੍ਰਿਤ ਨੂੰ ਤਰਕ ਕਰਦਾ ਹੈ ਤੇ ਸ਼ਰਾਬ ਦਾ ਇਹ ਸੰਗੀ ਹੁੰਦਾ, ਸ਼ਰਾਬ ਨੂੰ ਤੇ ਹੱਸ ਖਿੜ ਕੇ ਪੀਂਦਾ ਹੈ। ਤਜ ਚੰਦਨ ਗਹਿ ਬੰਸ ਸੰਤਾਪੀ। ਗੁਰਬਾਣੀ 'ਚ ਵੀ ਬਚਨ ਆਉਂਦੇ ਹੈ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਗਤ ਕੀ ਬਿਦ ਨੈਣੋ ਡੀਠੀ। ਮਹਾਰਾਜ ਕਹਿੰਦੇ ਟੁੱਟੇ ਹੋਏ ਪਰਮੇਸ਼ਰ ਬੰਦੇ ਦੀ ਅਸੀਂ ਇਹੋ ਜਿਹੀ ਹਾਲਤ ਵੇਖੀ ਅੱਖਾਂ ਨਾਲ ਕਿ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ ਤੇ ਜਿਹੜੀ ਜ਼ਹਿਰ ਹੈ ਉਹਨੂੰ ਮਿੱਠੀ ਲੱਗਦੀ ਹੈ, ਉੱਧਰ ਤੇ ਭੱਜ ਜਾਂਦਾ ਹੈ। ਇਵੇਂ ਮਹਾਰਾਜ ਕਹਿੰਦੇ ਆ ਇਹ ਜੀਵ ਉਹ ਬਾਵਨ ਚੰਦਨ ਜਿਹਦੀ ਇੰਨੀ ਕੀਮਤ ਹੈ ਕਿ ਕਰੋੜਾਂ ਖਰਬਾਂ ਰੁਪਈਏ ਕੀਮਤ, ਉਹਨੂੰ ਛੱਡ ਦਿੰਦਾ ਹੈ ਤੇ ਜਿਹੜਾ ਦੁੱਖ ਦੇਣ ਵਾਲਾ ਬਾਂਸ ਉਹਨੂੰ ਫੜਦਾ ਹੈ। ਜਿਹੜਾ ਬਾਂਸ ਜੰਗਲ ਵਿੱਚ ਦੂਜਿਆਂ ਨਾਲ ਆਪ ਹੀ ਘੜਿਸ ਕੇ ਅੱਗ ਲਾ ਦਿੰਦਾ, ਆਪੋ ਵਿੱਚ ਘਿਸ ਕੇ ਸਾਰੇ ਜੰਗਲ ਦੀ ਤਬਾਹੀ ਮਚਾ ਦਿੰਦਾ ਹੈ, ਉਹਨੂੰ ਕਹੀਦਾ ਹੈ ਦਾਵਾ ਨਾੜ। ਜਿਹੜੀ ਜੰਗਲ ਦੀ ਅੱਗ ਹੈ, ਦਾਵਾ ਨਾਲ ਜੰਗਲ 'ਚ ਹੋਰ ਅੱਗ ਕੋਈ ਸੁੱਟਦਾ ਨਹੀਂ ਉੱਥੋਂ, ਉਹ ਰੁੱਖ ਆਪੋ ਵਿੱਚ ਹੀ ਘਿਸੜ ਕੇ ਅੱਗ ਲੱਗਦੀ ਹੈ। ਇਹ ਪਰਮੇਸ਼ਰ ਨੇ ਇੱਕ ਕੰਮ ਬਣਾਇਆ ਹੈ, ਬਾਂਸ ਘੜਿਸਦੇ ਆਪੋ ਵਿੱਚ, ਹੈ ਵੀ ਵੇਖੋ ਨਕੰਮਾ। ਚੰਦਨ ਦੇ ਲਾਗੇ ਰਹੂਗਾ, ਦੂਜੇ ਰੁੱਖਾਂ ਨੂੰ ਰੰਗ ਚੜ੍ਹ ਜਾਂਦਾ ਚੰਦਨ ਦਾ, ਉਹ ਵੀ ਵਿਕ ਜਾਂਦੇ ਚੰਦਨ ਦੇ ਭਾਅ, ਪਰ ਬਾਂਸ ਨੂੰ ਕੋਈ ਅਸਰ ਨਹੀਂ ਹੁੰਦਾ, ਖੋਖਲੇ ਦਾ ਖੋਖਲਾ ਰਹਿੰਦਾ ਹੈ। ਸਗੋਂ ਦੁੱਖਦਾਈ ਹੈ ਜੰਗਲ ਨੂੰ, ਆਪੋ ਆ ਵਿੱਚ ਹੀ ਘੜਿਸ ਕੇ ਸਾਰਾ ਜੰਗਲ ਹੀ ਸਾੜ ਕੇ ਰੱਖ ਦਿੰਦਾ ਹੈ। ਮਹਾਰਾਜ ਕਹਿੰਦੇ ਬਾਂਸ ਜਿਹੜਾ ਦੁੱਖ ਦੇਣ ਵਾਲਾ ਉਹਨੂੰ ਤੇ ਫੜਦਾ, ਚੰਦਨ ਨੂੰ ਇਹ ਛੱਡਦਾ, ਕਹਿੰਦਾ ਚੰਦਨ ਮੈਂ ਕੀ ਕਰਾਂ। ਤਿਨ ਕੋ ਸੁਖ ਪ੍ਰਾਪਤ ਹੋਏ ਕੈਸੇ। ਇਹ ਮੁੱਲਾ ਸੁਣ, ਜਿਹੜੇ ਇਹੋ ਜਿਹੇ ਲੋਕ ਕੰਮ ਕਰਦੇ ਉਹਨੂੰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੋਵੇ। ਹਰ ਤਜ ਵਿਸ਼ੇ ਗਹਿਤ ਜੋ ਐਸੇ। ਜਿਹੜੇ ਵਾਹਿਗੁਰੂ ਖੁਦਾ ਨੂੰ ਛੱਡ ਕੇ ਇਸ ਤਰ੍ਹਾਂ ਦੇ ਵਿਸ਼ੇ ਫੜਦੇ ਐ ਕਿ ਘਰ ਵਿੱਚੋਂ ਉਹ ਪੁੱਟ ਕੇ ਕਲਬ ਬ੍ਰਿਸ਼ ਤੇ ਕਿਕਰਾਂ ਬੀਜੇ, ਚੰਦਨ ਨੂੰ ਛੱਡ ਕੇ ਮਹਿੰਗਾਈ ਵਾਲੇ ਨੂੰ, ਤੇ ਇਹ ਕਵੇ ਵੀ ਮੈਂ ਵਾਂਸ ਜਿਹੜਾ ਫੜ ਲਵਾਂ, ਅੰਮ੍ਰਿਤ ਨੂੰ ਤਰਕ ਕਰੇ ਤੇ ਕਵੇ ਮੈਂ ਸ਼ਰਾਬ ਪੀ ਲਵਾਂ। ਇਹੋ ਜਿਹਾ ਨੂੰ ਕਿਵੇਂ ਸੁੱਖ ਹੋ ਸਕਦਾ ਜਿਹੜੇ ਇਹੋ ਜਿਹੇ ਵਿਸ਼ਿਆਂ ਨੂੰ ਫੜਦੇ ਤੇ ਗੁਰੂ ਦੇ ਨਾਮ ਨੂੰ ਛੱਡਦੇ ਐ। ਬਿਸਰਾ ਸਭ ਹੀ ਬੈਸ ਬਤੀਤੀ। ਇਹਨੇ ਇਹੋ ਜਿਹੇ ਜੀਵਾਂ ਦੀ ਸਾਰੀ ਉਮਰ ਭੁੱਲਿਆ ਹੋਇਆ ਹੀ ਆ ਲੱਗ ਜਾਂਦੀ ਹੈ, ਉਮਰ ਬੀਤ ਜਾਂਦੀ ਪਰਮੇਸ਼ਰ ਨੂੰ ਭੁਲਾ ਕੇ ਹੀ। ਕਬਹਿ ਨਾ ਸੁਧ ਕੀਨੀ ਹਰ ਪ੍ਰੀਤੀ। ਕਦੇ ਵੀ ਇਸ ਨੇ ਹਰੀ ਪਰਮੇਸ਼ਰ ਦੇ ਨਾਲ ਜਿਹੜੀ ਪ੍ਰੀਤੀ ਕਰਨੀ ਸੀ ਉਹਦੀ ਤੇ ਖਬਰ ਹੀ ਨਹੀਂ ਕਰਦਾ। ਕਹਿੰਦਾ ਕਿੱਥੇ ਰੱਬ, ਕਿਹੜਾ ਰੱਬ ਅਸੀਂ ਨਹੀਂ ਜਾਣਦੇ। ਸੁਣਤ ਮੁਲਾਨੇ ਕੇ ਮਨ ਮਾਹੀ। ਸੁਣ ਕੇ ਮੁੱਲਾ ਕੁਤਬਦੀਨ ਦੇ ਮਨ ਦੇ ਵਿੱਚ ਸ਼ਰਦਾ ਸੁਧ ਅਦਕ ਹੈ ਬਿਰਤਾਹੀ। ਸ਼ਰਧਾ ਜਿਹੜੀ ਸ਼ੁੱਧ ਹੈ, ਇੱਕ ਤੇ ਫੋਕੀ ਸ਼ਰਧਾ ਹੁੰਦੀ ਹੈ, ਜਿਵੇਂ ਜੀ ਨਾ ਕਰੇ ਤੇ ਉਹ ਐਵੇਂ ਹੀ ਵਿਖਾਵੇ ਮਾਤਰ, ਜੀ ਨਾ ਕਰੇ ਬੱਦਾ ਚੱਟੀ ਜਾਂ ਲੋਕ ਦਿਖਾਵੇ ਵਾਸਤੇ ਵੀ ਕੀ ਕਰੀਏ, ਜਾਣਾ ਪਊਗਾ, ਕੀ ਕਰੀਏ, ਸੁਣਨਾ ਪਊਗਾ, ਕੀ ਹੁਣ ਕਿਹਨੂੰ ਕਹੀਏ, ਕਿਵੇਂ ਕਰੀਏ। ਉਹ ਹੈਗੀ ਸ਼ਰਧਾ ਤੇ ਹੈ ਪਰ ਮੈਲੀ ਹੈ ਸ਼ਰਧਾ, ਉਹ ਸ਼ਰਧਾ ਨਹੀਂ ਹੈ। ਇਹ ਮੁੱਲਾਂ ਦੇ ਹਿਰਦੇ ਵਿੱਚ ਜਿਹੜੀ ਸ਼ੁੱਧ ਚੰਗੀ ਸ਼ਰਧਾ ਬਹੁਤ ਜ਼ਿਆਦਾ ਵੱਧ ਗਈ ਗੁਰੂ ਦੇ ਬਚਨ ਸੁਣ ਕੇ। ਬੋਲਿਓ ਬਚਨ ਬੰਦ ਕਰ ਦੋ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਬਚਨ ਬੋਲਿਆ, ਮੁੱਲਾ
ਤੁਮਰੇ ਸਮਸਰ ਔਰ ਨਾ ਕੋ। हे ਗੁਰੂ ਨਾਨਕ ਸਾਹਿਬ, ਖੁਦਾ ਰੂਪ ਪਰਮੇਸ਼ਰ ਰੂਪ ਆ ਸੁਲਤਾਨ ਇੱਥੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਤੇ ਇਸ ਪੂਰੇ ਸੰਸਾਰ ਵਿੱਚ ਤੁਹਾਡੇ ਬਰਾਬਰ ਕੋਈ ਨਹੀਂ ਹੈ ਮਹਾਰਾਜ। ਮੈਂ ਵੇਖ ਰਿਹਾ ਮੂਰਤ ਪਾਕ ਅਲਹ ਪਲ ਕੀਨੇ। ਇਹ ਤੇ ਮੈਂ ਤੇ ਐਵੇਂ ਦੇਖ ਰਿਹਾ ਕਿ ਅੱਲਾ ਖੁਦਾ ਪਰਮੇਸ਼ਰ ਨੇ ਆਪਣੀ ਪਵਿੱਤਰ ਜਿਹੜੀ ਸੂਰਤ ਹੈ ਉਹਨਾਂ ਨੇ ਚੰਗੀ ਕੀਤੀ ਹੋਈ ਤੁਹਾਡੇ ਰੂਪ ਦੇ ਵਿੱਚ ਆ ਕੇ। ਭਗਤ ਰੀਤ ਮਹਿਮਤ ਜਿਹ ਭੀਨੀ। ਜਿਨ੍ਹਾਂ ਦੀ ਆ ਮੱਤ ਜਿਹੜੀ ਹੈ ਪਰਮੇਸ਼ਰ ਦੀ ਭਗਤੀ ਦੇ ਵਿੱਚ, ਭਗਤੀ ਦੀ ਰੀਤੀ ਵਿੱਚ ਆ ਭਿੱਜੀ ਹੋਈ ਹੈ, ਮਿਲੀ ਜੁਲੀ ਹੈ, ਇੱਕ ਮਿੱਕ ਹੋਈ ਪਈ ਹੈ। ਸੁਨ ਸ੍ਰੀ ਨਾਨਕ ਉਚਰੇ ਬਚਨਾ। ਸਤਿਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਹੀ ਮੁੱਲਾ ਸਿਫਤ ਕਰਦਾ ਹੈ, ਸੁਣ ਕੇ ਮਹਾਰਾਜ ਉਸੇ ਵੇਲੇ ਬਚਨ ਬੋਲਦੇ ਐ। ਗਰਭ ਹਰਨ ਕੀ ਜਿਨ ਮਹਿ ਰਚਨਾ। ਜਿਨ੍ਹਾਂ ਬਚਨਾਂ ਦੇ ਵਿੱਚ ਹੰਕਾਰ ਨੂੰ ਨਾਸ ਕਰਨ ਦੀ ਰਚਨਾ ਹੈ ਵੀ ਸਿਫਤ ਕਰੇ ਤੇ ਸਿਫਤ ਸੁਣ ਕੇ ਉੱਥੇ ਗੁੱਲ ਨਹੀਂ ਹੋ ਜਾਣਾ ਹੈ, ਚੁੱਪ ਨਹੀਂ ਹੋ ਜਾਣਾ ਹੈ, ਆਪਣੇ ਆਪ ਨੂੰ ਮਾੜਾ ਨਿਮਰਤਾ ਵਾਲਾ ਜਨਾਉਣਾ ਹੈ। ਜਿਨ੍ਹਾਂ ਬਚਨਾਂ ਵਿੱਚ ਹੰਕਾਰ ਨੂੰ ਨਾਸ ਕਰਨ ਦੀ ਰਚਨਾ ਹੈ। ਭਾਈ ਉਹ ਬਚਨ ਗੁਰੂ ਸਾਹਿਬ ਜੀ ਨੇ ਚੌਥਾ ਪਦਾ ਉਚਾਰਨ ਕੀਤਾ। ਸ੍ਰੀ ਮੁਖਵਾਕ ਬਦ ਬਖਤ ਹਮ ਚੋ ਬਖੀਲ ਗਾਫਿਲ। ਬੁੱਲਾ ਕਹਿੰਦਾ ਸੀ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਮੈਂ ਕੋਈ ਨਹੀਂ ਦੇਖ ਰਿਹਾ ਹਾਂ। ਤੁਸੀਂ ਦੇ ਮਹਾਨ ਹੋ, ਤੁਸੀਂ ਦੇ ਉਹ ਅੱਲਾ ਪਾਕ ਦੇ ਪਵਿੱਤਰ ਮੂਰਤ ਹੋ ਗਏ ਹੋ ਸੰਸਾਰ 'ਤੇ ਲੋਕਾਂ ਨੂੰ ਤਾਰਨ ਵਾਸਤੇ। ਮਹਾਰਾਜ ਸ਼੍ਰੀ ਮੁਖਵਾਕ ਸੋਭਾ ਵਾਲੇ ਮੁਖ ਤੋਂ ਬਚਨ ਕਹਿ ਕੇ ਕਿਹਾ ਕਿ ਮੁੱਲਾ ਜੀ ਅਸੀਂ ਤੂੰ ਕਹਿੰਦਾ ਹੈ ਅਸੀਂ ਭਾਗਾਂ ਵਾਲੇ ਬੜੇ ਮਹਾਨ ਹਾਂ, ਅਸੀਂ ਤੇ ਤੈਨੂੰ ਦੱਸਦੇ ਹਾਂ ਖੋਟੇ ਭਾਗਾਂ ਬਾਦ ਖੋਟੇ ਬਖਤ ਭਾਗਾਂ ਹਮ ਅਸੀਂ ਜੋ ਐਸੇ ਬਖੀਲ ਲਾਲਚੀ ਈਰਖਾ ਵਾਲੇ ਕਾਫਲ ਬੇਸੁਰਤ। ਮਹਾਰਾਜ ਕਹਿੰਦੇ ਮੁੱਲਾ ਜੀ ਅਸੀਂ ਤੇ ਤੈਨੂੰ ਦੱਸਦੇ ਹਾਂ ਕਿ ਅਸੀਂ ਜਿਹੜੇ ਜੀਵ ਹਾਂ ਖੋਟੇ ਭਾਗਾਂ ਵਾਲੇ ਹਾਂ, ਆ ਬਖੀਲ ਨਿੰਦਾ ਚੁਗਲੀ ਈਰਖਾ ਕਰਨ ਵਾਲੇ ਲਾਲਚੀ ਗਾਫਿਲ ਪਰਮੇਸ਼ਰ ਦੇ ਨਾਮ ਤੋਂ ਬੇਸੁਰਤੀ ਹੋਏ ਪਏ ਹਾਂ। ਬੇਨਜ਼ਰ ਬੇਬਾਕ ਜਿਹੜੇ ਨੇਤਰਾਂ ਨਾਲ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ ਨਾਲ ਖੁਦਾ ਨੂੰ ਵੇਖਣਾ ਹੈ ਉਹ ਨੇਤਰਾਂ ਤੋਂ ਬਿਨਾਂ ਹਾਂ। ਪਰੋਖ ਅਫਰੋਖ ਗਿਆਨ ਰੂਪੀ ਨੇਤਰ ਨਾਲ ਜਿਸ ਨਾਲ ਖੁਦਾ ਨੂੰ ਵੇਖਣਾ ਹੈ ਉਹ ਨੇਤਰਾਂ ਤੋਂ ਬਿਨਾਂ ਅੰਨੇ ਹੋਏ ਪਏ ਆ, ਨਜ਼ਰਾਂ ਤੋਂ ਬਿਨਾਂ ਹਾਂ ਤੇ ਬੇਬਾਕ ਉਸ ਖੁਦਾ ਤੋਂ ਖੁਦਾ ਦੇ ਡਰ ਤੋਂ ਰਹਿਤ ਹੋਏ ਪਏ ਆ। ਜਿਹੜਾ ਮਾਂ ਦੀ ਪੇਟ ਦੇ ਵਿੱਚ ਪੈ ਕੇ ਵਾਅਦੇ ਕੀਤੇ ਸੀ, ਇਕਰਾਰ ਕੀਤੇ ਸੀ, ਹੇ ਪਰਮੇਸ਼ਰ ਖੁਦਾ ਮੈਨੂੰ ਇੱਕ ਵਾਰ ਮਾਂ ਦੇ ਪੇਟ ਚੋਂ ਬਾਹਰ ਕੱਢ ਦੇ, ਮੈਂ ਤੇਰਾ ਨਾਮ ਲਵਾਂਗਾ। ਉਹ ਜਿਹੜੇ ਇਕਰਾਰ ਵਾਅਦੇ ਕੀਤੇ ਸੀ ਉਹਨਾਂ ਤੋਂ ਨਿਡਰ ਹੋਏ ਪਏ ਹਾਂ। ਨਾਨਕ ਬਗੋਇਦ ਜਨ ਤੁਰਾ। ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹੈ ਕਿ ਹੇ ਪਰਮੇਸ਼ਰ ਖੁਦਾ ਜਨ ਤੁਰਾ ਅਸੀਂ ਤੇਰੇ ਦਾਸ ਸੇਵਕ ਹਾਂ। ਤੇਰੇ ਚਾਕਰਾਂ ਪਾਖਾਕ। ਤੇਰੇ ਜਿਹੜੇ ਚਾਕਰ ਸੇਵਕ ਮੁਰੀਦ ਹੈ ਤੇਰੇ ਉਤੋਂ ਹੋਏ ਹੋਏ ਮਰਦੇ ਹੈ। ਐਸੇ ਸੰਤਾਂ ਦੇ ਮਹਾਰਾਜ ਅਸੀਂ ਪਾਖਾਕ ਉਹਨਾਂ ਦੇ ਚਰਨਾਂ ਦੀ ਧੂੜੀ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗਤ ਜੀ ਨਿਮਰਤਾ ਸਹਿਤ ਕਿਹਾ ਹੈ। ਇਹ ਗੁਰੂ ਜੀ ਨੇ ਜਿਹੜਾ ਬਚਨ ਉਚਾਰਨ ਕੀਤਾ, ਗੁਰੂ ਜੀ ਨੂੰ ਕਿਸੇ ਚਰਨ ਧੂੜੀ ਦੀ ਜ਼ਰੂਰਤ ਨਹੀਂ ਹੈ। ਗੁਰੂ ਤੇ ਪਰਮੇਸ਼ਰ ਹੈ ਤੇ ਗੁਰੂ ਤੋਂ ਚਰਨ ਧੂੜੀ ਅਸੀਂ ਲੈਣੀ ਹੈ। ਉਹਦੇ ਬਣਾਏ ਹੋਏ ਸੰਤਾਂ ਤੋਂ ਅਸੀਂ ਧੂੜੀ ਲੈਣੀ ਹੈ। ਮਤਾਂ ਕੋਈ ਸਮਝੇ ਵੀ ਗੁਰੂ ਹੀ ਤਰਲਾ ਲੈ ਰਹੇ ਹੈ। ਗੁਰੂ ਤੇ ਪਰਮੇਸ਼ਰ ਹੈ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹ ਤੇ ਧੂੜੀ ਅਸੀਂ ਮੰਗਣੀ ਹੈ। ਐਵੇਂ ਗੁਰੂ ਮਹਾਰਾਜ ਸਮਰੱਥ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਨੂੰ ਬੇਨਤੀ ਕਰਨੀ ਚਾਹੀਦੀ, ਮਹਾਰਾਜ ਮੈਂ ਮਾੜਾ ਹਾਂ, ਚੰਗਾ ਤੇਰਾ ਦਾਸ ਹਾਂ, ਤੇਰੇ ਜਿਹੜੇ ਸੇਵਕ ਉਹਨਾਂ ਦੀ ਮੈਨੂੰ ਧੂੜੀ ਬਖਸ਼, ਮੇਰਾ ਭਲਾ ਹੋ ਜੇ। ਚੌਪਈ ਰਤ ਰੰਗੇ ਸਤ ਸੰਗ ਸਮਾਜੂ। ਮੁੱਲਾ ਜੀ ਜਿਹੜੇ ਸਤ ਪੁਰਸ਼ ਸਾਧੂ ਸੰਤ ਹੈ ਉਹਨਾਂ ਦੇ ਸਮਾਜ ਇਕੱਠ ਦੇ
ਤੇ ਜਿਹੜੇ ਪ੍ਰੇਮ ਦੇ ਵਿੱਚ ਰੰਗੇ ਆ ਜਨ ਭਗਤ। ਸਿਮਰਨ ਬਿਨਾ ਅਨੰਤ ਨਹਿ ਕਾਜੂ। ਜਿਹੜੇ ਸੰਤਾਂ ਦਾ ਆ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈ। ਜਿਨ੍ਹਾਂ ਨੂੰ ਲੋਕ ਵੇਲੜ ਕਹਿੰਦੇ, ਪਰ ਉਹ ਸੰਤ ਜੋ ਕੰਮ ਕਰ ਰਹੇ ਆ ਉਹੋ ਜਿਹਾ ਕੰਮ ਤੇ ਅਸੀਂ ਕਦੀ ਕਰ ਹੀ ਨਹੀਂ ਸਕਦੇ। ਅਸੀਂ ਤੇ ਕਥਾ ਕੀਰਤਨ ਉਹ ਹੀ ਨਹੀਂ ਸੁਣ ਸਕਦੇ, ਕੋਈ 5 ਬਾਣੀਆਂ ਨਹੀਂ ਪੜ੍ਹ ਸਕਦੇ, ਤੇ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਜਦੋਂ ਆਪਣੀ ਕਮਾਈ ਕੋਈ ਨਹੀਂ ਹੈ। ਤੇ ਇੱਥੇ ਮਹਾਰਾਜ ਦਾ ਬਚਨ ਵੇਖ ਲਓ ਕਿੰਨਾ ਭਾਰੀ ਹੈ ਕਿ ਜਿਹੜੇ ਸੰਤਾਂ ਦਾ ਸਿਮਰਨ ਤੋਂ ਬਿਨਾ ਦੂਜਾ ਤੇ ਕੰਮ ਹੀ ਕੋਈ ਨਹੀਂ ਹੈ। ਤਨ ਮਨ ਸੌਂਪ ਦੀਨ ਨਿਜ ਸਾਈ। ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣਾ ਤਨ ਮਨ ਉਹ ਸਾਈਂ ਖੁਦਾ ਮਾਲਕ ਨੂੰ ਸੌਂਪ ਦਿੱਤਾ। ਹੈ ਪਰਮੇਸ਼ਰ, ਇਹ ਮੇਰਾ ਮਨ ਨਹੀਂ ਹੈ, ਮੇਰਾ ਤਨ ਨਹੀਂ, ਇਹ ਤੇ ਤੇਰਾ ਦਿੱਤਾ, ਤੇਰੇ ਪਾਸ ਹੀ ਹੈ। ਚਾਕਰ ਭਏ ਏਕ ਲਿਵ ਲਾਈ। ਉਸ ਮਾਲਕ ਦੇ ਚਾਕਰ ਮਰੀਦ ਸੇਵਕ ਹੋ ਗਏ, ਨੌਕਰ ਚਾਕਰ ਹੋ ਗਏ, ਇੱਕ ਲਿਵ ਪਰਮੇਸ਼ਰ ਦੇ ਨਾਮ ਵਿੱਚ ਜਿਨ੍ਹਾਂ ਲਾਈ ਹੋਈ ਹੈ। ਤਿਨ ਕੇ ਪਦ ਪੰਕਜ ਮੈਂ ਧੂਰੀ। ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਕਮਲਾਂ ਦੀ ਅਸੀਂ ਜੀਵ ਧੂੜੀ ਹਾਂ, ਉਹਨਾਂ ਦੇ ਭਾਈ ਚਰਨਾਂ ਦੀ ਧੂੜੀ ਮੰਗੀਏ। ਗੁਣ ਨਾ ਏਕ ਔਗੁਣ ਬਹੁ ਪੂਰੀ। ਬੇਨਤੀ ਕਰੀਏ ਹੈ ਮਹਾਂਪੁਰਸ਼ੋ, ਹੈ ਖੁਦਾ, ਹੈ ਪਰਮੇਸ਼ਰ, ਇੱਕ ਵੀ ਸਾਡੇ ਵਿੱਚ ਗੁਣ ਨਹੀਂ ਹੈ। ਔਗੁਣਾਂ ਦੇ ਤੇ ਅਸੀਂ ਭਰੇ ਹੋਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਇੱਕ ਗੁਣ ਨਹੀਂ ਹੈ ਮਹਾਰਾਜ, ਔਗੁਣਾਂ ਨਾਲ ਹੀ ਭਰੇ ਹੋਏ ਹਾਂ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤੇ ਮਿਲਾਵਾ ਹੋਈ। ਮਹਾਰਾਜ ਔਗੁਣ ਇੰਨੇ ਭਰੇ ਹੋਏ ਆ ਤੇ ਪਤੀ ਪਰਮੇਸ਼ਰ ਕਿੱਥੋਂ ਮਿਲੇ? ਇਹੋ ਹੀ ਬੇਨਤੀ ਕਰੀਏ। ਕਰਨਾ ਕਰ ਕਰਨਾ ਕਰਨਾ ਕਰ ਕਰਨਾ ਕਰ ਸਾਧੂ। ਇਵੇਂ ਉਹ ਕਿਰਪਾ ਕਰਕੇ ਤੇ ਜੋ ਕਿਰਪਾ ਦੇ ਖਜ਼ਾਨੇ ਆ ਸਾਧੂ ਗੁਰੂ ਪਰਮਾਤਮਾ। ਬਖਸ਼ਹਿ ਮੈਂ ਜੋ ਗਰਵ ਅਪਰਾਧੂ। ਬੇਨਤੀ ਕਰੀਏ ਇਹ ਕਿਰਪਾ ਦੇ ਖਜ਼ਾਨੇ ਸਾਧੂ ਮਹਾਂਪੁਰਸ਼ੋ, ਮੇਰੇ ਜਿਹੜੇ ਗਰਵ ਮੈਂ ਬੜੇ ਭਾਰੀ ਜਿਹੜੇ ਅਪਰਾਧ ਕੀਤੇ, ਸਾਰੀ ਉਮਰ ਕੋਈ ਚੱਜ ਦਾ ਕੰਮ ਨਹੀਂ ਕੀਤਾ। ਮਹਾਰਾਜ ਮਹਾਂਪੁਰਸ਼ੋ ਮੈਨੂੰ ਬਖਸ਼ ਲਓ, ਮੇਰੇ ਪਾਪ ਬਖਸ਼ ਦਈਏ ਜੀ। ਅਦਿਕ ਨਮੰਤਰਾ ਕੇ ਸੁਨ ਬੈਨਾ। ਨਮੰਤਰਾ ਨਹੀਂ, ਨਮਰਤਾ। ਅਦਿਕ ਨਮਰਤਾ ਕੇ ਸੁਨ ਬੈਣਾ। ਜਦੋਂ ਇੰਨੇ ਬਚਨ ਗੁਰੂ ਜੀ ਨੇ ਨਿਮਰਤਾ ਵਾਲੇ ਗਰੀਬੀ ਵਾਲੇ ਕਹੇ ਹੈ, ਮੁੱਲਾ ਇਹੋ ਜਿਹੇ ਬਚਨ ਸੁਣ ਕੇ ਭਈ ਮੁਲਾਨੇ ਕੇ ਮਨ ਚੈਨਾ। ਮੁਲਾਣੇ ਦੇ ਮਨ ਵਿੱਚ ਤੇ ਚੈਨ ਹੀ ਹੋ ਗਿਆ। ਉਹ ਮਨਾ ਵੇਖ ਇੰਨੇ ਖੁਦਾ ਰੂਪ ਹੋ ਕੇ ਇੰਨੀ ਗਰੀਬੀ ਇਹਨਾਂ ਵਿੱਚ, ਉਹ ਇੰਨੇ ਢਹਿ ਰਹੇ ਮਨਾ, ਤੂੰ ਸਾਰੀ ਉਮਰ ਮਾਣ ਕਰਦਾ ਰਿਹਾ ਹੈ। ਸੁਣ ਕੇ ਮਨ ਨੂੰ ਸ਼ਾਂਤੀ ਆ ਗਈ ਹੈ, ਚੈਨ ਆ ਗਿਆ। ਇਹ ਬੰਦਾ ਅਸੀਂ ਕੀ ਹਾਂ ਉਸ ਰੱਬ ਅੱਗੇ। ਹੋਵੈ ਕਰ ਦੀਨ ਜੋਰ ਜੁਗ ਹਾਥਾ। ਬੜਾ ਦੀਨ ਗਰੀਬ ਹੋ ਗਿਆ, ਦੋਵੇਂ ਹੱਥ ਜੋੜ ਕੇ ਕਹਿਓ ਮੋਹੇ ਅਬ ਕਰਹੁ ਸਨਾਥਾ। ਕਹਿੰਦਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਖੁਦਾ ਰੂਪ, ਮੈਨੂੰ ਗਰੀਬ ਨੂੰ ਸਨਾਥਾ ਕਰ ਦਈਏ, ਸਫਲ ਕਰ ਦਈਏ, ਭਾਗਾਂ ਵਾਲਾ ਕਰ ਦਈਏ, ਮੈਨੂੰ ਮਾਲਕ ਵਾਲਾ ਕਰ ਦਈਏ, ਮੈਨੂੰ ਖਸਮ ਵਾਲਾ ਕਰ ਦੋ। ਸਿਮਹ ਬਚਨ ਜੋ ਸਨਮੁਖ ਭਾਖੇ। ਮਹਾਰਾਜ ਮੈਨੂੰ क्षमा ਕਰੋ, ਮੈਨੂੰ ਮਾਫੀ ਦੇ ਦਿਓ, ਜਿਹੜਾ ਮੈਂ ਤੁਹਾਡੇ ਸਾਹਮਣੇ ਹੋ ਕੇ ਤੁਹਾਨੂੰ ਬਚਨ ਜੇ ਕਹੇ ਨਾ ਕਿ ਤੁਸੀਂ ਉੱਠਦੇ ਕਿਉਂ ਨਹੀਂ ਹੈ, ਉੱਠੋ, ਤੁਹਾਡਾ ਪਰਿਵਾਰ ਤੁਹਾਨੂੰ ਦੇਖ ਰਿਹਾ ਹੈ, ਤੁਹਾਨੂੰ ਖੁਦਾ ਦਾ ਵਾਸਤਾ ਹੈ। ਇਹੋ ਜਿਹੇ ਜਿਹੜੇ ਮੈਂ ਬਚਨ ਤੁਹਾਡੇ ਸਾਹਮਣੇ ਹੋ ਕੇ ਬੋਲੇ ਹੈ, ਮਹਾਰਾਜ ਮੇਰੀ ਭੁੱਲ ਨੂੰ ਖਿਮਾ ਕਰੋ, ਬਖਸ਼ ਦਿਓ ਜੀ। ਹਾਂ ਅਨਜਾਨ ਢੀਠ ਥਾ ਰਾਖੇ। ਮਹਾਰਾਜ ਮੈਂ ਤੁਹਾਡੀ ਅਵਸਥਾ ਤੋਂ ਅਣਜਾਣ, ਤੁਹਾਡੀ ਗਤ ਮਿਤ ਨਹੀਂ ਜਾਣ ਸਕਿਆ। ਤੁਸੀਂ ਕਿਉਂ ਲੇਟੇ ਹੋਏ ਸੀ, ਐਵੇਂ ਢੀਠਪੁਣਾ ਰੱਖ ਛੱਡਿਆ ਵੀ ਉੱਠੋ, ਤੁਸੀਂ
ਗੱਲ ਕਰੋ ਸਾਡੇ ਨਾਲ, ਤੁਹਾਨੂੰ ਖੁਦਾ ਦਾ ਵਾਸਤਾ, ਐਵੇਂ ਤੁਹਾਨੂੰ ਵਾਸਤੇ ਦਿੰਦਾ ਰਿਹਾ ਮੈਂ ਢੀਠ। ਜੋ ਤੁਮਰੇ ਮਨਾ ਨਿਸ਼ਚਾ ਗੂੜਾ। ਇਹ ਗੁਰੂ ਨਾਨਕ ਸਾਹਿਬ, ਜੋ ਤੁਹਾਡੇ ਮਨ ਦੇ ਵਿੱਚ ਆ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਗੁਪਤੀ ਨਿਸ਼ਚਾ ਯਕੀਨ ਹੈ, ਕੋ ਲਖ ਸਕਹਿ ਜਗਤ ਨਰ ਮੂੜਾ। ਮਹਾਰਾਜ ਮੇਰੇ ਵਰਗਾ ਮੂਰਖ ਜੀਵ ਕੀ ਜਾਣ ਸਕਦਾ ਹੈ, ਕੀ ਸਮਝ ਸਕਦਾ ਹੈ ਤੁਹਾਡੀ ਮਹਿਮਾ ਨੂੰ। ਜਿਹਦੀ ਹੈ ਮੱਤ ਥੋੜ੍ਹੀ ਹੈ, ਉਹ ਬਹੁਤ ਵੱਡੀ ਮੱਤ ਵਾਲੇ ਪਰਮੇਸ਼ਰ ਨੂੰ ਕੀ ਜਾਣ ਸਕਦਾ ਏ ਭੋਲਾ ਜੀਵ। ਚਰਨ ਸ਼ਰਨ ਮੈਂ ਕੀਨੋ ਪ੍ਰਣਾਮ। ਹੁਣ ਤੇ ਮਹਾਰਾਜ ਹੱਥ ਜੋੜ ਕੇ ਮੈਂ ਤੁਹਾਡੇ ਸ਼ਰਨਾਂ ਦਾ ਆਸਰੇ ਤੱਕ ਲਿਆ ਅੱਜ। ਹਰਹੁ ਮੋਹਿ ਜਗ ਜਨਮ ਜੋ ਮਰਨਾ। ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦਾ ਆਸਰਾ ਲੈ ਲਿਆ ਹੈ ਅੱਜ। ਤੁਹਾਡੇ ਬਚਨ ਸੁਣ ਕੇ ਕਿਰਪਾ ਕਰੋ, ਜਿਹੜਾ ਜੰਮਣਾ ਹੈ, ਜਿਹੜਾ ਬੜਾ ਔਖਾ ਹੈ ਜਨਮ ਲੈਣਾ, ਮਰਨਾ ਬੜਾ ਔਖਾ, ਇਹ ਮਹਾਰਾਜ ਮੇਰਾ ਨਾਸ ਕਰ ਦਿਓ। ਇਵੇਂ ਪੁਰਾਣਾਂ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਇੱਕ ਬਿੱਛੂ ਜਿਹੜਾ ਕਾਲਾ ਬੜਾ ਜ਼ਹਿਰੀਲਾ, ਉਹ ਪੱਥਰ ਦੀ ਸਿਲਾ ਤੇ ਜਦੋਂ ਡੰਗ ਮਾਰਦਾ, ਜਿੱਥੇ ਉਹ ਪੱਥਰ ਦੀ ਸਿਲਾ ਉਹਨਾਂ ਥਾਂ ਸੰਖੀਆ ਜ਼ਹਿਰ ਬਣ ਜਾਂਦੀ, ਇੰਨਾ ਜ਼ਹਿਰੀਲਾ ਬਿੱਛੂ ਹੈ। ਇਹੋ ਜਿਹਾ ਬਿੱਛੂ 70,000 ਇਕੱਠਾ ਹੀ ਡੰਗ ਮਾਰੇ, ਇੰਨਾ ਮੌਤ ਦਾ ਦੁੱਖ ਹੈ। ਜਿਹੜਾ ਬਿੱਛੂ ਡੰਗ ਮਾਰ ਕੇ ਪੱਥਰ ਨੂੰ ਜ਼ਹਿਰ ਕਰ ਦਿੰਦਾ ਹੈ, ਇਹੋ ਜਿਹਾ ਬਿੱਛੂ 70,000 ਇਕੱਠਾ ਹੀ ਡੰਗ ਮਾਰੇ, ਇੰਨਾ ਮੌਤ ਦਾ ਦੁੱਖ ਹੈ। ਇੰਨੀ ਜਾਨ ਔਖੀ ਨਿਕਲਦੀ ਹੈ। ਇਹ ਤਾਂ ਹੀ ਮੁੱਲਾ ਕਹਿੰਦਾ ਮਹਾਰਾਜ, ਜਿਹੜਾ ਜੰਮਣ ਮਰਦਾ ਦੁੱਖ ਮੇਰਾ ਨਾਸ ਕਰ ਦਿਓ। ਬ੍ਰਿਧਨ ਤੇ ਤੁਮ ਬ੍ਰਿਧ ਵਡੇਰੇ। ਮਹਾਰਾਜ ਜਿਹੜੇ ਆ ਵੱਡਿਆਂ ਤੋਂ ਵੱਡੇ ਐ, ਉਹਨਾਂ ਵੱਡਿਆਂ ਤੋਂ ਵੀ ਤੁਸੀਂ ਵੱਡੇ ਹੋ। ਵੱਡਾ ਸਾਹਿਬ ਉੱਚਾ ਥਾਓ। ਕਰ ਉਪਦੇਸ਼ ਕਟਹੁ ਦੁਖ ਮੇਰੇ। ਮਹਾਰਾਜ ਜੀ ਮੈਨੂੰ ਆਪਣਾ ਸ਼ਿਸ਼ ਮੁਰੀਦ ਜਾਣ ਕੇ ਮੇਰੇ ਦੁੱਖ ਸਾਰੇ ਕੱਟ ਦਿਓ ਜੀ। ਦੀਨ ਬੰਦ ਦੁਖ ਦਲਨ ਦਿਆਨਿਦ। ਤੁਸੀਂ ਦੀਨਾਂ ਦੇ ਬੰਧੂ, ਦੀਨਾਂ ਦੇ ਪਿਆਰੇ, ਗਰੀਬਾਂ ਦੇ ਤੁਸੀਂ ਪਿਆਰੇ ਰਿਸ਼ਤੇਦਾਰ ਹੋ, ਦੁੱਖਾਂ ਨੂੰ ਦਲਣ ਵਾਲੇ ਹੋ, ਦਇਆ ਦੇ ਤੇ ਤੁਸੀਂ ਮਹਾਰਾਜ ਵੱਡੇ ਖਜ਼ਾਨੇ ਹੋ। ਬਚਨ ਅਧੀਨ ਸੁਣੇ ਜਬ ਅਸਬਿਦ। ਇਸ ਤਰ੍ਹਾਂ ਨਾਲ ਗੁਰੂ ਜੀ ਨੇ ਜਦੋਂ ਇਹਦੇ ਗਰੀਬੀ ਦੇ ਬਚਨ ਸੁਣੇ ਆ ਵੀ ਮੁੱਲਾ ਬਹੁਤ ਗਰੀਬ ਨਿਮਾਣਾ ਹੋ ਗਿਆ, ਸਰੀਰ ਦੀ ਹੰਗਤਾ ਛੁੱਟ ਗਈ ਹੁਣ। ਦਇਆ ਦ੍ਰਿਸ਼ਟ ਦੇਖੀ ਸੁਖਦਾਨੀ। ਸਤਿਗੁਰੂ ਜੋ ਸੁੱਖਾਂ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ, ਦਇਆ ਦੀ ਦ੍ਰਿਸ਼ਟੀ ਨਾਲ ਆ ਮਿਹਰ ਭਰੀ ਨਜ਼ਰ ਨਾਲ ਮੁੱਲੇ ਵੱਲ ਵੇਖਿਆ। ਮ੍ਰਿਦਲ ਮਧੁਰ ਬੋਲੇ ਮੁਖ ਬਾਣੀ। ਗੁਰੂ ਨਾਨਕ ਸਾਹਿਬ ਜੀ ਮੁਖੋਂ ਜਿਹੜੀ ਬਾਣੀ ਬੋਲੇ ਆ, ਬੜੇ ਮਿੱਠੇ ਬਚਨ ਬੋਲੇ, ਅੰਮ੍ਰਿਤ ਝਰਦਾ ਗੁਰੂ ਦੇ ਬਚਨਾਂ ਵਿੱਚ। ਮਨ ਕੰਚਨ ਜਗ ਸਿਕਤਾ ਮਾਹੀ। ਮਹਾਰਾਜ ਕਹਿਣ ਲੱਗੇ ਮੁੱਲਾ, ਇਹ ਜਿਹੜਾ ਮਨ ਹੈ ਨਾ ਸੋਹਣਾ ਹੈ, ਇਹ ਮਨ ਸੋਹਣਾ ਹੈ, ਇਹ ਮਨ ਸੋਹਣਾ ਸੰਸਾਰ ਰੂਪੀ ਰੇਤੇ ਵਿੱਚ ਐ ਬਿਖਰਿਆ ਖਿੰਡਿਆ ਪੁੰਡਿਆ ਫਿਰਦਾ ਹੈ। ਬੀਨ ਬੀਨ ਇਕੱਠੇ ਕਰਤਾ ਹੀ। ਤੂੰ ਇਸ ਮਨ ਰੂਪੀ ਸੋਹਣੇ ਨੂੰ ਇਹ ਸੰਸਾਰ ਰੂਪੀ ਰੇਤਾ ਦੇ ਵਿੱਚੋਂ ਚੁਣ ਚੁਣ ਕੇ ਇੱਕ ਵਾਰ ਇਕੱਠਾ ਕਰ, ਇਹਦੀਆਂ ਵਾਸ਼ਨਾ ਰੋਕ। ਤਪ ਅਗਨੀ ਮਹਿ ਭਗਤ ਕੁਠਾਲੀ। ਜਿਵੇਂ ਸੋਨੇ ਨੂੰ ਕਠਾਲੀ ਵਿੱਚ ਪਾਇਆ ਜਾਂਦਾ, ਇਵੇਂ ਭਗਤੀ ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਹੈ, ਉਹ ਭਗਤੀ ਰੂਪ ਕਠਾਲੀ 'ਚ ਮਨ ਰੂਪੀ ਸੋਨੇ ਨੂੰ ਪਾ, ਤਪ ਰੂਪੀ ਜਿਹੜੀ ਅੱਗ ਇਹਨੂੰ ਦੇ, ਇਹਨੂੰ ਢਾਲ। ਵਿਸ਼ੇ ਮੈਲ ਹੱਥ ਲਿਹੋ ਤਿਹ ਗਾਲੀ। ਜਿਵੇਂ ਸੋਨੇ ਨੂੰ ਢਾਲ ਕਰਕੇ ਕਠਾਲੀ 'ਚ ਪਾ ਕੇ ਅੱਗ ਦੇ ਕੇ ਸੁਨਿਆਰਾ ਉਹਦੀ ਮੈਲ ਕੱਢ ਦਿੰਦਾ, ਵੱਖਰੀ ਕਰ ਦਿੰਦਾ ਹੈ। ਇਹ ਮਨ ਰੂਪੀ ਸੋਨੇ ਦੀ ਜੇ ਇਹਦੇ ਵਿੱਚ ਜਿਹੜੀ ਵਿਸ਼ਿਆਂ ਦੀ ਮੈਲ ਹੈ ਉਹਨੂੰ ਨਾਸ ਕਰ ਤੇ ਇਹਨੂੰ 12 ਵੰਨੀ ਦਾ ਸੋਨਾ ਕਰਕੇ ਐ ਗਾਲ ਢਾਲ ਦੇ। ਅਲੰਕਾਰ ਘਰ ਸਰਲ ਅਧੀਰਾ। ਐਵੇਂ ਸਿੱਧਾ ਸੂਦਾ ਬੜੇ ਛੇਤੀ ਨਾਲ ਜਿਹੜਾ ਅਲੰਕਾਰ ਗਹਿਣਾ ਉਹਨੂੰ ਤੂੰ ਘੜ
ਧੀਰਜਦਾ ਦੀ ਥਾਂ ਦੇ ਕਈ ਥਾਂ ਦੇ ਸਧੀਰਾ ਵੀ ਧੀਰਜਦਾ ਦੇ ਸਹਿਤ ਹੋ ਕੇ ਬੜਾ ਸਿੱਧਾ ਜਿਹੜਾ ਇਹਦਾ ਗਹਿਣਾ ਘੜ ਮਨ ਰੂਪੀ ਸੋਨੇ ਦਾ। ਤਿਹ ਮਹਿ ਜਟਹੁ ਨਾਮ ਹਰ ਹੀਰਾ। ਉਸ ਦੇ ਗਹਿਣੇ ਨੂੰ ਘੜ ਕੇ ਉਹ ਗਹਿਣੇ ਦੇ ਵਿੱਚ ਹੈ ਮੁੱਲਾ ਜਿਹੜਾ ਨਾਮ ਰੂਪੀ ਹੀਰਾ ਨਾ ਉਹਨੂੰ ਜੜ। ਔਰ ਪਹਿਰਾਵਹੁ ਪਰਮ ਪਵਿੱਤਰਾ। ਤੇ ਹਿਰਦਾ ਰੂਪੀ ਜਿਹੜਾ ਪਰਮ ਪਵਿੱਤਰ ਹੈ ਉਸ ਪਵਿੱਤਰ ਹਿਰਦੇ ਦੇ ਵਿੱਚ ਹਿਰਦੇ ਰੂਪੀ ਇਹਨੂੰ ਕੰਠ ਵਿੱਚ ਪਾ ਲੈ। ਸ਼ੋਭਾ ਲੋਕਨ ਉਬੈ ਬਚਿੱਤਰ। ਫਿਰ ਜਿਹੜੀ ਸੋਭਾ ਹੈ ਨਾ ਤੇਰੀ ਪਵਿੱਤਰ ਦੋਵਾਂ ਲੋਕਾਂ ਵਿੱਚ ਹੀ ਬੜੀ ਅਚਰਜ ਹੋਵੇਗੀ। ਧੰਨ ਧੰਨ ਜੈ ਜੈਕਾਰਾਂ ਹੋਣਗੀਆਂ ਮੁਖ ਉਜਲ ਸਦਾ ਸੁਖੀ। ਸਤਨਾਮ ਇੱਕ ਚਿਤ ਲਾਵਈ। ਸਤਨਾਮ ਇੱਕ ਚਿਤ ਲਿਵ ਲਾਈ। ਸਤਨਾਮ ਜੋ ਪਰਮੇਸ਼ਰ ਦਾ ਸੱਚਾ ਨਾਮ ਜਿਹੜਾ ਕਦੀ ਨਾਸ ਨਹੀਂ ਹੁੰਦਾ। ਬਾਕੀ ਲੋਕਾਂ ਦੇ ਨਾਮ ਖਤਮ ਹੋ ਜਾਣ ਵਾਲੇ, ਖੁਦਾ ਦਾ ਨਾਮ ਕਦੀ ਖਤਮ ਨਹੀਂ ਹੁੰਦਾ, ਉਹ ਸਦਾ ਹੀ ਸਤਨਾਮ ਹੈ। ਉਹ ਸਤਨਾਮ ਵਾਹਿਗੁਰੂ ਦੇ ਵਿੱਚ ਇੱਕ ਚਿੱਤ ਦੀ ਜਿਹੜੀ ਲਿਵ ਲਾ। ਜਪਹੁ ਦੇਹ ਅਭਮਾਨ ਗਵਾਈ। ਦੇਹ ਦਾ ਅਭਮਾਨ ਗਵਾ ਕੇ ਕਿ ਮੈਂ ਸਰੀਰ ਨਹੀਂ ਹਾਂ, ਮੈਂ ਆਤਮ ਸਰੂਪ ਪਰਮੇਸ਼ਰ ਦਾ, ਇਹ ਦੇਹ ਮੇਰੀ ਨਹੀਂ ਹੈ, ਇਹ ਮੇਰਾ ਸੂਖਮ ਸਰੀਰ ਨਹੀਂ, ਮੇਰਾ ਕਾਰਨ ਸਰੀਰ ਨਹੀਂ ਹੈ, ਤੇ ਮੈਂ ਤੇ ਦੇਹ ਤੋਂ ਪਰੇ ਹੈ ਮੇਰੀ ਆਤਮਾ। ਐਵੇਂ ਆਤਮਾ ਨੂੰ ਅਸੰਗ ਜਾਣ ਕੇ ਉਹ ਵਾਹਿਗੁਰੂ ਦਾ ਨਾਮ ਜਪੋ। ਸਤ ਸੰਗਤ ਕੀ ਸੇਵ ਅਪੰਗਾ। ਜਿਹੜੇ ਸਤ ਪੁਰਸ਼ ਹੈ ਜਿੱਥੇ ਖੁਦਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੋ ਰਹੀ ਉਹਦੀ ਸੇਵਾ ਕਰ। ਆ ਬਿਨਾ ਭੰਗ ਹੋਏ ਤੂੰ, ਬਿਨਾ ਮਨ ਨੂੰ ਚੰਚਲ ਕੀਤੇ ਤੂੰ ਇੱਕ ਰਸ ਲਗਾਤਾਰ ਸੇਵਾ ਕਰ ਜਿੰਨਾ ਚਿਰ ਉਮਰ ਹੈ ਤੇਰੀ ਮੁੱਲਾ ਜੀ। ਕਰਹੁ ਸੁਖਦ ਨਿਤ ਸੰਗ ਉਮੰਗਾ। ਹਮੇਸ਼ਾ ਹੀ ਬੜੇ ਉਤਸ਼ਾਹ ਨਾਲ ਤੂੰ ਸੇਵਾ ਕਰ ਜਿਹੜੀ ਸੁੱਖ ਨੂੰ ਦੇਣ ਵਾਲੇ। ਕਦੇ ਬੱਧਾ ਚੱਟੀ ਦਾ ਪੈਰਾ ਨਾ ਮੰਨ। ਬਚਨਾ ਜੁਦ ਕੇ ਸੰਗ ਮੁਲਾਨਾ। ਜਦੋਂ ਗੁਰੂ ਦੇ ਇਹ ਜਿਹੜੇ ਬਚਨ ਹੈ ਸ਼ਸਤਰਾਂ ਵਾਂਗ ਹੈ, ਜਿਵੇਂ ਤਿੱਖੇ ਸ਼ਸਤਰ ਹੁੰਦੇ ਹੈ, ਸ਼ਸਤਰਾਂ ਵਾਂਗ ਗੁਰੂ ਦੇ ਬਚਨਾਂ ਨਾਲ ਇਹ ਮੁੱਲਾ ਕੁਤਬਦੀਨ। ਕਾਇਲ ਭਾ ਤਨ ਸੁਧ ਬਿਸਰਾਨਾ। ਇਹ ਤੇ ਸਾਧ ਸੰਗਤ ਜੀ ਉੱਥੇ ਹੀ ਘਾਇਲ ਹੋ ਗਿਆ, ਜ਼ਖਮੀ ਹੋ ਗਿਆ ਹੈ, ਸਰੀਰ ਦੀ ਸੁੱਧ ਭੁੱਲ ਗਈ ਹੈ। ਗੁਰੂ ਜੀ ਨੇ ਕੋਈ ਤਲਵਾਰ ਨਹੀਂ ਮਾਰੀ ਹੈ। ਮਹਾਰਾਜ ਦੇ ਜਿਹੜੇ ਬਚਨ ਹੈ ਉਹ ਕੀ ਹੈ? ਸ਼ਸਤਰਾਂ ਵਾਂਗ, ਜਿਵੇਂ ਸ਼ਸਤਰ ਮਾਰਿਆ ਬੰਦਾ ਉਹਦੇ ਸਰੀਰ ਦਾ ਘਾਇਲ ਹੋ ਜਾਂਦਾ, ਭੁੱਲ ਜਾਂਦੀ ਸੁੱਧ ਉਹਨੂੰ। ਇਹਨੂੰ ਸਰੀਰ ਦੀ ਸੁੱਧ ਭੁੱਲ ਗਈ ਹੈ ਗੁਰੂ ਦੇ ਬਚਨਾਂ ਰੂਪੀ ਸ਼ਸਤਰ ਨਾਲ। ਅਤ ਤੀਖਨ ਸੋ ਭਿਦ ਗਇਓ ਮਰਮੂ। ਐਵੇਂ ਜਿਹੜੇ ਅਤ ਦੇ ਤਿੱਖੇ ਨਾ ਗੁਰੂ ਦੇ ਬਚਨ, ਮਰਮੂ ਜਿਹੜਾ ਭੇਦ ਵਾਲਾ ਸਥਾਨ ਹੈ, ਉਹ ਭੇਦ ਵਾਲਾ ਸਥਾਨ ਕਿਹੜਾ? ਹਿਰਦਾ। ਹਿਰਦਾ ਜਿਹੜਾ ਇਹਦਾ ਵਿੰਨਿਆ ਗਿਆ ਹੈ ਗੁਰੂ ਦੇ ਬਚਨਾਂ ਰੂਪੀ ਸ਼ਸਤਰ ਨਾਲ। ਗੁਰੂ ਦੇ ਤੀਰ ਰੂਪੀ ਬਚਨ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਾ ਕਲੇਜੇ ਛੇਕ। ਕਲੇਜੇ ਵਿੱਚ ਛੇਕ ਹੋ ਗਿਆ ਹੈ, ਉੱਥੇ ਮੁੱਲਾ ਮਰ ਗਿਆ ਹੈ ਆ ਦੇਹ ਅਭਿਮਾਨ ਤੋਂ। ਸਿਦੇ ਅੰਗ ਹੋਮੈ ਸੰਗ ਭਰਮੂ। ਐਸੇ ਗੁਰੂ ਜੀ ਨੇ ਇਹਦੇ ਅੰਗ ਜਿਹੜੇ ਹੈ ਨਾ ਭਰਮ ਦਾ ਤੇ ਹਉਮੈ ਦਾ, ਜਿਹੜਾ ਬੰਦੇ ਨੂੰ ਸਾਰੀ ਉਮਰ ਹੀ ਹਉਮੈ ਖਾ ਲੈਂਦੀ ਹੈ। ਮੈਂ ਮੇਰੀ ਭਰਮ, ਪਤਾ ਨਹੀਂ ਇਹੀ ਸੱਚ ਜੋ ਮੈਂ ਕਰ ਰਿਹਾ ਹਾਂ। ਗੁਰੂ ਦੀ ਕੋਈ ਬਾਣੀ ਸੱਚ ਨਹੀਂ ਹੈ, ਕੋਈ ਸੰਗਤ ਸੱਚ ਨਹੀਂ ਹੈ, ਜੋ ਮੈਂ ਕਰਦਾ ਇਹੀ ਠੀਕ ਹੈ, ਕੋਈ ਰੱਬ ਹੈ ਨਹੀਂ ਹੈ। ਇਹ ਜਿਹੜਾ ਭਰਮ ਤੇ ਮੈਂ ਮੇਰੀ ਵਾਲੇ ਅੰਗ ਹੈ, ਇਹਦੇ ਦੋਵੇਂ ਗੁਰੂ ਜੀ ਨੇ ਕੱਟ ਦਿੱਤੇ ਹੈ। ਜਗਤ ਅਸਾਰ ਜਾਨ ਦੁਖ ਖਾਨੀ। ਐਵੇਂ ਜਗਤ ਜਿਹੜਾ ਹੈ ਮੁੱਲਾ ਇਹਨੂੰ ਝੂਠਾ ਜਾਣ, ਇਹਨੇ ਝੂਠਾ ਜਾਣ ਲਿਆ ਹੈ ਤੇ ਦੁੱਖਾਂ ਦੀ ਖਾਣ ਵਾਲਾ, ਵੀ ਦੁੱਖਾਂ ਦਾ ਤੇ ਖਜ਼ਾਨਾ ਹੀ ਹੈ ਸੰਸਾਰ। ਸ਼੍ਰੀ ਗੁਰ ਕੀ ਮਹਿਮਾ ਪਹਿਚਾਨੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਇਹ ਪਹਿਚਾਨ ਗਿਆ ਕਿ ਇਹ ਤੇ ਪਰਮੇਸ਼ਰ ਖੁਦਾ ਹੈ। ਬੰਦ ਹੱਥ ਦੋ ਕਰੀ ਸੋ ਬੰਦਨਾ। ਦੋਵੇਂ ਹੱਥ ਜੋੜੇ ਐ ਸਾਧ ਸੰਗਤ ਜੀ। ਉਮਰ ਦਾ ਵੱਡਾ ਹੈ, ਦਾੜਾ ਉਹਦਾ ਚਿੱਟਾ ਹੈ। ਗੁਰੂ ਨਾਨਕ ਸਾਹਿਬ ਜੀ ਹਲੇ 7 ਸਾਲ ਦੇ ਐ,
ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਦੇ ਢਹਿ ਪਿਆ, ਮੱਥਾ ਹੀ ਟੇਕੀ ਜਾਂਦਾ ਹੈ, ਨੇਤਰਾਂ 'ਚ ਜਲ ਘੇਰੀ ਜਾਂਦਾ ਹੈ। ਤੁਮ ਕੀਏ ਮਮ ਅਗਿਆਨ ਨਿਕੰਦਨ। हे ਗੁਰੂ ਨਾਨਕ ਸਾਹਿਬ, ਜੋ ਕੋਈ ਕਿੱਡਾ ਵੀ ਗੁਰੂ ਹੋਵੇ ਉਹ ਅਗਿਆਨ ਨਹੀਂ ਕੱਢ ਸਕਦਾ। ਤੁਸਾਂ ਨੇ ਤੇ ਮਹਾਰਾਜ ਮੇਰਾ ਤੇ ਅਗਿਆਨ ਬੇਸਮਝੀ ਹਿਰਦੇ 'ਚੋਂ ਕੱਟ ਹੀ ਦਿੱਤੀ, ਮੈਨੂੰ ਤੇ ਗਿਆਨ ਕਰਾ ਦਿੱਤਾ ਹੈ। ਪੂਰਨ ਪੁਰਖ ਰੂਪ ਹਰ ਸਾਧੂ। ਤੁਸੀਂ ਤੇ ਪੂਰਨ ਹੋ, ਪੂਰਨ ਪੁਰਖ ਹੋ, ਖੁਦਾ ਹੋ, ਹਰੀ ਦਾ ਰੂਪ ਹੋ, ਸਾਧੂ ਰੂਪ ਹੋ, ਜਾਂ ਉਹ ਹਰੀ ਪਰਮੇਸ਼ਰ ਦੇ ਸਾਧੂ ਹੋ ਵੱਡੇ। ਨਰਨ ਉਦਾਰ ਹੋ ਬੁੱਧ ਅਗਾਧੂ। ਮਹਾਰਾਜ ਤਾਂ ਮੈਂ ਜਾਣ ਲਿਆ ਹੈ ਕਿ ਤੁਹਾਡੀ ਬੁੱਧੀ ਬੜੀ ਡੂੰਘੀ ਹੈ, ਤੁਹਾਡੀ ਮਤ ਬੁੱਧ ਇੰਨੀ ਡੂੰਘਾਈ ਵਾਲੀ ਹੈ, ਬੰਦਾ ਕੀ ਜਾਣ ਸਕੇ, ਉਹਦੀ ਕੀ ਔਕਾਤ ਹੈ। ਮਹਾਰਾਜ ਤੁਸੀਂ ਤੇ ਮਨੁੱਖਾਂ ਨੂੰ ਤਾਰਨ ਵਾਸਤੇ, ਉਧਾਰ ਕਰਨ ਵਾਸਤੇ ਆਏ ਹੋ। ਕਮਲ ਬਦਨ ਜਿਉ ਤੁਮ ਉਰ ਆਵੈ। ਹੇ ਕਮਲ ਵਰਗੇ, ਕਮਲ ਸ਼ਰੀਕੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ, ਆ ਜਿਵੇਂ ਤੁਹਾਡੇ ਹਿਰਦੇ ਵਿੱਚ ਆਉਂਦਾ ਵੀ ਤੁਸੀਂ ਜਿਵੇਂ ਕਰਨਾ ਚਾਹੁੰਦੇ ਹੋ। ਦਸ ਬਿਦ ਕਰਹੁ ਨਾ ਕੋ ਉਲਟਾਵੈ। ਮਹਾਰਾਜ ਤੁਸੀਂ ਉਸੇ ਤਰ੍ਹਾਂ ਹੀ ਕਰਦੇ ਹੋ, ਕੋਈ ਨਹੀਂ ਉਲਟਾ ਸਕਦਾ, ਕੋਈ ਨਹੀਂ ਕਹਿ ਸਕਦਾ ਤੂੰ ਇਵੇਂ ਨਹੀਂ ਇੰਜ ਕਰ, ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਸੇ ਤਰ੍ਹਾਂ ਕਰਦੇ ਹੋ। ਇਹ ਬੰਦਾ ਕੀ ਉਲਟਾਵੇ ਜਿਹੜਾ ਆਪਣੇ ਆਪ ਦੀ ਸੁਧ ਨਹੀਂ ਜਿਹਨੂੰ। ਅਬ ਸੁਨਿਓ ਜੋ ਤੁਮ ਉਪਦੇਸ਼ੂ। ਮਹਾਰਾਜ ਮੈਂ ਅਬ ਸੁਨਿਓ ਜੋ ਤੁਮ ਉਪਦੇਸ਼ੂ। ਮਹਾਰਾਜ ਮੈਂ ਜਿਹੜਾ ਤੁਹਾਡਾ ਹੁਣ ਇਹ ਉਪਦੇਸ਼ ਮਹਾਨ ਸੁਣਿਆ ਹੈ। ਜਪੋ ਨਾਮ ਤਜ ਜਗਤ ਕਲੇਸ਼ੂ। ਮਹਾਰਾਜ ਮੈਂ ਹੁਣ ਸਾਰੀ ਉਮਰ ਨਾਮ ਜਪਾਂਗਾ। ਅੱਜ ਜਿਹੜੇ ਸੰਸਾਰ ਦੇ ਕਲੇਸ਼, ਝੰਜਟ ਝੰਬੇਲੇ ਐ, ਵਾਧੂ ਕਾਟ ਦੇ ਰੌਲੇ ਪਾਉਣੇ, ਝੰਜਟ ਝੰਬੇਲਿਆਂ 'ਚ ਪੈਣਾ, ਇਹਨਾਂ ਨੂੰ ਛੱਡ ਕੇ ਤੁਹਾਡਾ ਨਾਮ ਜਪਾਂਗਾ ਹੁਣ ਮੈਂ। ਅਸ ਕਹਿ ਗਮਨਿਓ ਧਾਮ ਮੁਲਾਨਾ। ਹੱਥ ਜੋੜੇ ਐ, ਭੀੜ ਬੜੀ ਪਈ ਹੋਈ ਐ, ਪਰਿਵਾਰ ਦੇਖ ਰਿਹਾ ਹੈ। ਮੁੱਲਾ ਆਪਣਾ ਭਲਾ ਕਰਕੇ ਮੱਥਾ ਟੇਕ ਕੇ ਗੁਰੂ ਜੀ ਨੂੰ ਸਮਝ ਕੇ ਤੇ ਸਾਧ ਸੰਗਤ ਜੀ ਐਵੇਂ ਕਹਿ ਕੇ ਆਪਣੇ ਘਰ ਨੂੰ ਚੱਲ ਪਿਆ। ਨਹ ਕਹੇ ਸੋ ਤਹਿ ਬਚਨ ਬਖਾਨਾ। ਰਸਤੇ ਵਿੱਚ ਤੁਰਿਆ ਜਾਂਦਾ, ਇਹਨੇ ਕਿਸੇ ਨੂੰ ਬਚਨ ਨਹੀਂ ਕਿਹਾ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਸੱਚ ਦਾ ਰਾਹ ਦਿਖਾ ਦਿੱਤਾ, ਮੇਰਾ ਅਗਿਆਨ ਕੱਟਿਆ ਗਿਆ ਹੈ। ਉਹ ਤੇ ਨੇਤਰਾਂ 'ਚੋਂ ਜਲ ਵਹਿ ਰਿਹਾ ਹੈ ਕਿ ਮੇਰਾ ਇੰਨਾ ਭਲਾ ਕਰ ਦਿੱਤਾ ਹੈ, ਮੇਰੀ ਤੇ ਸਾਰੀ ਉਮਰ ਬੀਤ ਗਈ ਹੈ, ਅੱਜ ਮੈਂ ਜਿਸ ਟਿਕਾਣੇ 'ਤੇ ਆਉਣਾ ਸੀ ਆ ਗਿਆ ਹਾਂ। ਇਵੇਂ ਸਾਧ ਸੰਗਤ ਜੀ ਕਿਸੇ ਨਾ ਰਸਤੇ ਵਿੱਚ ਨਹੀਂ ਬੋਲਿਆ ਮੁੱਲਾ। ਪਰਮੇਸ਼ਰ ਦਿਸ਼ ਪ੍ਰੀਤ ਸੋ ਜਾਗੀ। ਸੰਸਾਰ ਝੂਠਾ ਦਿਸ ਰਿਹਾ ਹੈ, ਇੱਕ ਪਰਮਾਤਮਾ ਸੱਚ ਦਿਸ ਰਿਹਾ ਹੈ। ਪਰਮੇਸ਼ਰ ਦੇ ਵਾਲੀ, ਉਸ ਦਿਸ਼ਾ ਵਾਲੀ ਦੀ ਪ੍ਰੀਤੀ ਜਾਗੀ ਹੋਈ ਹੈ। ਨਿਗਾਹ ਠਾਣ ਕੀਤੀ ਤੇ ਤੁਰਿਆ ਜਾਂਦਾ ਘਰ। ਦੇਖਿਆਣ ਤਿਆਗ ਏਕ ਲਿਵ ਲਾਗੀ। ਸੰਸਾਰ ਦੇ ਵਿਸ਼ਿਆਂ ਨੂੰ ਛੱਡ ਦਿੱਤਾ ਹੈ, ਇੱਕੋ ਨਾਮ ਦੇ ਵਿੱਚ ਹੀ ਲਿਵ ਲੱਗੀ ਹੈ। ਸਮਾਧੀ ਲੀਨ ਹੋ ਗਿਆ ਮੁੱਲਾ। ਜੀਵਤ ਜਪਤ ਰਹਿਓ ਸੋ ਨਾਮ। ਭਾਈ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿੰਨਾ ਚਿਰ ਕੁਤਬਦੀਨ ਮੁੱਲਾ ਰਿਹਾ ਨਾ ਸੰਸਾਰ ਦੇ ਉੱਪਰ, ਮਰਦੇ ਦਮ ਤੱਕ ਜੀਂਦਿਆਂ ਨਾਮ ਹੀ ਜਪਦਿਆ ਰਿਹਾ। ਫਿਰ ਅੰਤ ਕਾਲ ਗਮਨਿਓ ਹਰ ਧਾਮ। ਜਦੋਂ ਅੰਤ ਸਮੇਂ ਉਹਨੇ ਸਰੀਰ ਛੱਡਿਆ, ਹਰੀ ਪਰਮੇਸ਼ਰ ਦਾ ਧਾਮ ਸੱਚਖੰਡ ਵਸੈ ਨਿਰੰਕਾਰ, ਉਸ ਥਾਂ 'ਤੇ ਜਾ ਕੇ ਮੁੱਲਾ ਇਹ ਵਸਿਆ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਆਪਣੇ ਜੀਵਨ ਨੂੰ ਬਦਲ ਕੇ ਸਾਧ ਸੰਗਤ ਜੀ ਨਿਹਾਲ ਹੋਇਆ। ਰਹਿੰਦੀ ਉਮਰ ਤੱਕ ਨਾਮ ਜਪਦਾ ਰਿਹਾ। ਅੰਤ ਕਾਲ ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਧਾਮ ਵਿੱਚ ਇਹ ਸਮਾਇਆ ਮੁੱਲਾ। ਜਿਨ੍ਹਾਂ ਨੂੰ ਭਲੇ ਦੀ ਲੋੜ ਹੁੰਦੀ ਹੈ ਉਹ ਗੁਰੂ ਜੀ ਦੀ ਮਹਿਮਾ ਵਡਿਆਈ ਸੁਣ ਕੇ ਆਪਣੇ ਜੀਵਨ ਨੂੰ ਢਾਲਦੇ ਹੈ। ਉਹ ਆਪਣਾ ਜਿਹੜਾ ਜੀਵਨ ਸਕਾਰਤਾ ਕਰਦੇ ਹੈ। ਉਹ ਸੋਚਦੇ ਹੈ ਸੱਚਾ ਪਾਤਸ਼ਾਹ ਜੋ ਲੰਘੀ ਹੈ, ਹੁਣ ਮਹਾਰਾਜ ਗਾਹ ਨਾ ਲੰਘੇ, ਗਾਹ ਤੇਰੇ ਨਾਮ ਨਾਲ ਜੁੜ ਕੇ ਸਾਡਾ ਭਲਾ ਹੋ ਜਾਵੇ। ਇਵੇਂ ਉਹ ਵਿਚਾਰਾਂ ਕਰਦੇ ਹੈ, ਨਾਮ ਦਾ ਅਭਿਆਸ ਕਰਦੇ ਹੈ। ਇੱਥੇ ਪ੍ਰਸੰਗ ਸਮਾਪਤ ਹੋਇਆ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ
ਮੁੱਲਾ ਉਪਦੇਸ਼ ਪ੍ਰਸੰਗ ਬਰਨਨੰ ਨਾਮ ਅਸ਼ਟਮ ਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਭਾਗ ਦਾ ਪਹਿਲਾ ਹਿੱਸਾ ਅੱਧਾ ਮੁੱਲਾ, ਜਿਹਦੇ ਵਿੱਚ ਮੁੱਲਾ ਕੁਤਬਦੀਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਿਆਨਮਈ ਉਪਦੇਸ਼ ਕੀਤਾ ਹੈ, ਉਹ ਪ੍ਰਸੰਗ ਜੋ ਵਰਣਨ ਕੀਤਾ, ਜਿਸ ਦਾ ਨਾਮ ਜੋ 8ਵਾਂ ਅਧਿਆਇ ਸੀ ਇਤੀ ਕਹੀਏ, ਇੱਥੇ ਉਹਦੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪਰਮੇਸ਼ਰ ਦਿਸ਼ ਪ੍ਰੀਤ ਸੋ ਲਗ ਜਾਗੀ, ਵਿਖਿਆਨ ਤਿਆਗ ਏਕ ਲਿਵ ਲਾਗੀ। ਜੀਵਤ ਜਪਤ ਰਹਿਓ ਸੋ ਨਾਮੋ, ਅੰਤ ਕਾਲ ਗਮਨਿਓ ਹਰ ਧਾਮੋ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੁੱਲਾ ਉਪਦੇਸ਼ ਪ੍ਰਸੰਗ ਵਰਨਨੰ ਨਾਮ ਅਸ਼ਟਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।